पद पंकज बंदन सिमरो अंगद दोख निकंदन। अमरदास गुर हृदय नित ध्यावों जी हृदय नित ध्यावों। श्री गुरु रामदास गुण गावों। श्री अर्जन विघ्नन के नासक विघ्नन के नासक। हरगोबिंद शुभ सुमत प्रकाशक। श्री हरि राय नमो कर जोरी नमो कर जोरी। गुर हर कृष्ण मनाए बहोरी। तेग बहादुर परम कृपाला जी परम कृपाला। श्री गुरु गोबिंद सिंह विसाला। तरों तरा पर पुन पुन सीसा जी पुन पुन सीसा। बंदो बार बार जगदीसा। जिसमें अमृत ज्ञान है मानक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक ओंकारा सतगुरु ते प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। महासुशीलं करुणा खानी। असन बसन रंकन को दानी। पर दुख पिख नह जात सहारा। सुखदानी जो दृख उपकारा। महासुशीलं करुणा खानी। वाहिगुरु जी का खालसा वाहिगुरु जी की फतेह। भगत वत्सल पत पावन गुरु गरीब नवाज धन धन श्री गुरु नानक देव साहिब जी महाराज। पंथ दे वाले साहिब कमाल धन धन श्री गुरु गोबिंद सिंह साहिब जी महाराज। दसे गुरु साहबाना दी आत्मक जोत जागदी जोत। चावर छत्र सिंघासन तख्त दे मालक। धन धन श्री गुरु ग्रंथ साहिब जी महाराज। सतगुरु जी की साजी नवाजी गुरु रूप। गुरु प्यारे गुरु सवारी साध संगत जीओ। आप जी गुरचरणा विच संध्या के समय तो ही हाजरियां भर के महाराज जी दी खुशियां प्राप्त कर रहे हो। महाराज जी की किरपा सदका सुंदर दरबार दीवान सजे हैं। चल रही गुर इतिहास की लड़ीवार कथा जो रोजाना ही गुरु के संगतां की सेवा में भेंट की जाती है। उस कथा का समा होया है। जिवें आप जी ने कल के दीवाना में सरवण किया सी।
ਕਿ ਗੁਰੂ ਮਹਾਰਾਜ ਮੋਦੀਖਾਨੇ ਦੀ ਕਿਰਤ ਨੂੰ ਕਰਦਿਆਂ ਹੋਇਆਂ ਸਮਾਂ ਲਗਾਇਆ ਕੁਝ ਕੁ। ਇੱਧਰ ਮਾਤਾ ਸੁਲੱਖਣੀ ਜੀ ਮਹਾਰਾਜ ਜੀ ਦਾ ਵਿਹਾਰ ਦੇਖ ਕੇ ਬੜੇ ਪਰੇਸ਼ਾਨ ਹੈ। ਚੁੱਪ ਕੀਤਿਆਂ ਕੁਝ ਕੁ ਦਿਨ ਲੰਘਾਏ ਹੈ। ਇੰਨੇ ਨੂੰ ਪਿਤਾ ਮੂਲ ਚੰਦ ਜੀ ਪੱਖੋਂ ਗਿਰੰਦਾਵਾ ਤੋਂ ਚੱਲ ਕੇ ਆ ਗਏ। ਪੁੱਤਰੀ ਆਪਣੀ ਨੂੰ ਦੇਖਿਆ ਸੁਲੱਖਣੀ ਜੀ ਨੂੰ, ਅਤੇ ਉਹ ਮੋਹ ਪ੍ਰੇਮ ਜਿਹਾ ਉਛਲਿਆ ਹੈ। ਇੱਧਰੋਂ ਮਾਤਾ ਸੁਲੱਖਣੀ ਜੀ ਨੇ ਵੇਖਿਆ ਕਿ ਪਿਤਾ ਜੀ ਆ ਗਏ ਹੈ, ਉੱਠੇ ਹੈ, ਨੇਤਰਾਂ 'ਚ ਜਲ ਜਿਹਾ ਲੈ ਆਂਦਾ ਹੈ। ਬਾਅਦ ਵਿੱਚ ਬਹੁਤ ਅਥਰੂ ਜਿਹੇ ਕੇਰ ਕੇਰ ਕੇ ਸੁੱਟਣੇ ਸ਼ੁਰੂ ਕਰ ਦਿੱਤੇ। ਗਲ ਮਿਲ ਕੇ ਪਿਤਾ ਜੀ ਨੇ ਉਦੋਂ ਵੀ ਬੜਾ ਵਿਰਾਗ ਕੀਤਾ ਹੈ। ਫਿਰ ਬਹਿ ਗਏ ਹੈ। ਕਹਿੰਦੇ ਪਿਤਾ ਜੀ ਕੀ ਦੱਸਾਂ ਕਿ ਮੈਂ ਜਿਨ੍ਹਾਂ ਦੇ ਨਾਲ ਤੁਸੀਂ ਮੈਨੂੰ ਗਲ ਨਾਲ ਲਾਇਆ ਹੈ ਉਹਨਾਂ ਦਾ ਵਿਹਾਰ ਤਾਂ ਕੁਝ ਐਸਾ ਹੀ ਹੈ ਕਿ ਇੱਕ ਦੋ ਮਹੀਨੇ ਘਰ ਨਹੀਂ ਆਉਂਦੇ। ਜੇ ਆਈ ਜਾਂਦੇ ਹੈ ਤਾਂ ਉਹ ਕਿਤੇ ਹੱਸ ਕੇ ਬੁਲਾਉਂਦੇ ਨਹੀਂ ਹਨ। ਮੈਂ ਤਾਂ ਬਹੁਤ ਦੁਖੀ ਗਰੀਬਣੀ ਹੋ ਕੇ ਰਹਿ ਰਹੀ ਹਾਂ। ਗ੍ਰਸਤ ਦੀ ਜਿਹੜੀ ਰੀਤੀ ਹੈ ਕਿ ਘਰ ਆਇਆ ਹੱਸਣਾ ਖੇਡਣਾ ਬੁਲਾਉਣਾ, ਪਤੀ ਨੇ ਪਤੀ ਨੂੰ ਪੁੱਛਣਾ, ਪਤਨੀ ਨੇ ਪਤੀ ਨੂੰ ਪੁੱਛਣਾ। ਅਤੇ ਜਿਹੜੇ ਮੇਰੇ ਮਾਲਕ ਹੈ ਗੁਰੂ ਨਾਨਕ ਸਾਹਿਬ, ਉਹਨਾਂ ਨੂੰ ਤਾਂ ਕੁਝ ਪਤਾ ਹੀ ਨਹੀਂ ਹੈ। ਨਾ ਦੁੱਖ ਦੀ ਸੁੱਖ ਦੇ ਪੁੱਛਦੇ ਹੈ, ਨਾ ਸੁੱਖ ਦੀ ਪੁੱਛਦੇ ਹੈ। ਇਕੱਲੀ ਮੈਂ ਦਿਨ ਬਿਤਾ ਰਹੀ ਬੜੇ ਔਖੇ। ਬੜੀ ਉਹ ਦੁੱਖ ਭਰੀ ਕਹਾਣੀ ਜੀ ਰੋ ਰੋ ਕੇ ਸੁਣਾਈ ਹੈ। ਪਿਤਾ ਮੂਲ ਚੰਦ ਜੀ ਹੈ ਕਿ ਮੇਰੀ ਪੁੱਤਰੀ ਇੰਨੀ ਦੁਖੀ ਹੈ। ਸੁਣ ਕੇ ਤੇ ਉਹ ਵੀ ਅਥਰੂ ਜਿਹੇ ਕੇਰਨ ਲੱਗ ਪਏ। ਬੜਾ ਉਹ ਗੁੱਸਾ ਮਨ 'ਚ ਆਇਆ ਹੈ ਵੀ ਆ ਚੰਗਾ ਜਵਾਈ ਜਿਹੜਾ ਲੱਭਿਆ ਸਾਨੇ। ਸੜ ਮੱਚ ਗਏ ਹੈ ਮਨ 'ਚ ਕਿ ਮੈਂ ਹੁਣ ਜੈ ਰਾਮ ਨੂੰ ਜਾ ਕੇ ਮਿਲਦਾ ਹਾਂ। ਧੀਏ ਤੂੰ ਧੀਰਜ ਰੱਖ। ਜਾ ਕੇ ਭਾਈਆ ਜੈ ਰਾਮ ਜੀ ਜਿੱਥੇ ਬੈਠੇ ਉੱਥੇ ਗੁਰੂ ਨਾਨਕ ਸਾਹਿਬ ਜੀ ਨਾਲ ਹੀ ਬੈਠੇ ਸਨ। ਆ ਥੋੜ੍ਹਾ ਇਹ ਮਿਲੇ ਆ ਜਾਂਦਿਆਂ ਅਤੇ ਬੋਲਣਾ ਸ਼ੁਰੂ ਕਰ ਦਿੱਤਾ ਮਾੜਾ ਚੰਗਾ। ਉਹ ਜੈ ਰਾਮ ਤੂੰ ਤਾਂ ਮੇਰਾ ਦੁਸ਼ਮਣ ਹੈ, ਕੋਈ ਪੁਰਾਣਾ ਹੀ ਵੈਰ ਕੱਢਿਆ ਤੂੰ। ਆ ਜਿਹੜੇ ਤੇਰੇ ਆ ਰਿਸ਼ਤੇਦਾਰ ਗੁਰੂ ਨਾਨਕ ਸਾਹਿਬ ਮੇਰੇ ਜਵਾਈ, ਉਹ ਇਹਨਾਂ ਦਾ ਤਾਂ ਮੇਲ ਜੋਲ ਫਕੀਰਾਂ ਮਲੰਗਾਂ ਦੇ ਨਾਲ ਹੈ। ਇਹਨਾਂ ਵਾਸਤੇ ਤੂੰ ਮੇਰੀ ਲੜਕੀ ਦਾ ਰਿਸ਼ਤਾ ਮੰਗਦਾ ਰਿਹਾ ਹੈ। ਉਹ ਕਿੰਨੀ ਦੁਖਿਆਰੀ ਹੋ ਰਹੀ ਹੈ। ਦੱਸ ਰਹੀ ਕਿ ਪਿਤਾ ਜੀ ਇਹ ਜਿਹੜਾ ਵੀ ਪੈਸਾ ਧੇਲਾ ਕਮਾਉਂਦੇ ਹੱਟ 'ਤੇ ਬਾਹਰ ਹੀ ਲੁਟਾਈ ਜਾਂਦੇ ਹੈ, ਘਰ ਕੁਝ ਨਹੀਂ ਲਿਆਉਂਦੇ। ਮੈਂ ਤਾਂ ਬਹੁਤ ਪਰੇਸ਼ਾਨ ਹਾਂ। ਉਹ ਜੈ ਰਾਮ ਆ ਚੰਗੀ ਨਹੀਂ ਕੀਤੀ ਹੈ ਤੂੰ। ਮੈਂ ਤਾਂ ਇਹੀ ਦੇਖਦਾ ਹਾਂ ਕਿ ਮੇਰੇ ਮਾੜੇ ਕਰਮ ਹੈ, ਮੇਰੀ ਧੀ ਦੇ ਮਾੜੇ ਕਰਮ ਹੈ, ਜਿਹਦੇ ਕਰਕੇ ਇਹੋ ਜਿਹਾ ਸਾਨੂੰ ਜਵਾਈ ਮਿਲ ਗਿਆ ਹੈ। ਬੜੀਆਂ ਗੱਲਾਂ ਜਿਹੀਆਂ ਸੁਣਾਈਆਂ ਹੈ। ਭਾਈ ਜੈ ਰਾਮ ਜੀ ਸੁਣ ਕੇ ਬੜੇ ਮਿੱਠੇ ਪਿਆਰੇ ਬਚਨ ਕਹੇ ਹੈ ਕਿ ਮੂਲ ਚੰਦ ਜੀ ਕੋ ਤੁਸੀਂ ਰੋਸ ਨਾ ਕਰੋ ਅਜਾਈ ਐਵੇਂ। ਅੱਜ ਦੇ ਸਮੇਂ ਵਿੱਚ ਐਸੀ ਕੋਈ ਵਸਤੂ ਨਹੀਂ ਹੈ ਜਿਹੜੀ ਕਿ ਮਾਤਾ ਸੁਲੱਖਣੀ ਦੇ ਘਰ ਨਹੀਂ ਹੈ। ਸਭ ਕੁਝ ਹੈ। ਚੰਗਾ ਖਰਚ ਰਹੇ ਹੈ, ਚੰਗਾ ਖਾ ਪੀ ਰਹੇ ਹੈ। ਫਿਰ ਵੀ ਜੇ ਤੂੰ ਕਹਿੰਦਾ ਹੈ ਕਿਸੇ ਚੀਜ਼ ਦੀ ਕਮੀ ਹੈ, ਤੋਟ ਹੈ, ਕੋਈ ਕੰਮ ਨਹੀਂ ਹੋ ਰਿਹਾ, ਤਾਂ ਸਾਨੂੰ ਕਹਿਣ, ਅਸੀਂ ਪੂਰਾ ਕਰਦੇ ਹਾਂ। ਜਦੋਂ ਇਹ ਠੰਡੇ ਜਿਹੇ ਸੁਭਾਅ ਦੇ ਬਚਨ ਕੀਤੇ, ਮਨ ਅੱਗ ਹੀ ਬੁਝ ਗਈ ਹੈ ਜਿਹੜੀ ਬਲ ਰਹੀ ਸੀ ਕ੍ਰੋਧ ਦੀ। ਭਾਈ ਜੈ ਰਾਮ ਦੇ ਬਚਨ ਪਾਣੀ ਦਾ ਕੰਮ ਕੀਤਾ ਹੈ। ਸ਼ਾਂਤ ਹੋ ਕੇ ਘਰ ਆ ਗਿਆ ਵਾਪਸ। ਕਹਿਣ ਲੱਗਾ ਪੁੱਤਰੀ ਨਾਲ ਸੁਲੱਖਣੀ ਤੂੰ ਧੀਰਜ ਰੱਖ, ਆਪੇ ਸਾਰਾ ਕੁਝ ਠੀਕ ਹੋ ਜਾਣਾ ਹੈ। ਇਵੇਂ ਮਿਲ ਜੁਲ ਕੇ ਸੀਸਾਂ ਦੇ ਕੇ ਘਰ ਚਲੇ ਗਏ ਵਾਪਸ। ਪੱਖੋਂ ਕੇ ਰੰਧਾਵਾ ਜਾ ਕੇ ਪਤਨੀ ਨੂੰ ਸਾਰਾ ਕੁਝ ਦੱਸਿਆ ਜੋ ਗੁਰੂ ਜੀ ਦੀ ਸੱਸ ਚੰਦੋ ਰਾਣੀ ਹੈ।
ਉਹਨੂੰ ਤਾਂ ਬਹੁਤ ਗੁੱਸਾ ਚੜਿਆ। ਕੁਝ ਦਿਨ ਪਾ ਕੇ ਉਹ ਵੀ ਆ ਗਏ ਅਤੇ ਇੱਧਰ ਮਾਤਾ ਸੁਲੱਖਣੀ ਜੀ ਅੱਗੋਂ ਮਿਲੇ ਹੈ, ਬੜਾ ਰੋ ਕੇ ਗਿਆ। ਕਹਿੰਦੇ ਹੇ ਵਿਧਾਤਾ ਪਰਮੇਸ਼ਰ, ਆ ਤੂੰ ਇਸਤਰੀ ਨੂੰ ਬਣਾਇਆ ਹੀ ਕਿਉਂ ਹੈ, ਜਿਹੜੀ ਦੂਜਿਆਂ ਦੇ ਅਧੀਨ ਰਹਿ ਕੇ ਦਿਨ ਗੁਜ਼ਾਰਦੀ ਹੈ। ਅਸਹਿ ਰਗੜੇ ਝਗੜੇ ਦੁੱਖ ਕਲੇਸ਼ ਸਹਿਣੇ ਪੈਂਦੇ ਹੈ। ਆ ਮਨੁੱਖ ਦੇ ਹੱਥ ਵੱਲ ਵੇਖਣਾ ਪੈਂਦਾ ਹੈ ਇਸਤਰੀ ਨੂੰ। ਸੁਣ ਕੇ ਧੀ ਦਾ ਦੁਖੜਾ ਮਾਤਾ ਚੰਦੋ ਰਾਣੀ ਬੜੇ ਔਖੇ ਜਿਹੇ ਹੋਏ ਹੈ। ਹੌਸਲੇ ਦੇ ਦੂ ਕੇ ਧੀ ਨੂੰ ਕਹਿੰਦੇ ਪੁੱਤਰੀ ਮੈਂ ਜਾਨੀ ਹਾਂ ਨਾਨਕੀ ਦੇ ਘਰ, ਤੂੰ ਚੁੱਪ ਕਰ ਸ਼ਾਂਤ ਹੋ। ਉੱਥੇ ਜਾ ਕੇ ਕਿਹਾ ਹੈ ਭੈਣ ਨਾਨਕੀ ਜੀ ਨੇ ਤਾਂ ਸਨਮਾਨ ਕੀਤਾ ਹੈ, ਇਹ ਤਾਂ ਅੱਗੋਂ ਪੂਰਾ ਗੁੱਸੇ ਵਿੱਚ ਹੀ ਜਾ ਕੇ ਕਿ ਉਹ ਨਾਨਕੀ ਜੀ ਤੁਹਾਨੂੰ ਕੋਈ ਰੱਬ ਦਾ ਪਰਮੇਸ਼ਰ ਦਾ ਡਰ ਤਾਂ ਹੈ ਕਿ ਨਹੀਂ ਹੈ। ਮੇਰੀ ਧੀ ਇੰਨੀ ਲਾਡਲੀ ਪਿਆਰੀ ਸੀ, ਤੁਸੀਂ ਤਾਂ ਐਵੇਂ ਰੱਖਿਆ ਜਿਵੇਂ ਕੋਈ ਘਰ ਵਿੱਚ ਨੌਕਰਾਣੀ ਹੋਵੇ। ਬੁਰੀ ਹਾਲਤ ਕਰ ਦਿੱਤੀ ਹੈ। ਮੈਨੂੰ ਦੱਸਿਆ ਕਿ ਜੋ ਤੁਹਾਡੇ ਭਰਾ ਗੁਰੂ ਨਾਨਕ ਸਾਹਿਬ ਹੈ ਉਹਦੇ ਘਰ ਹੀ ਨਹੀਂ ਮੁੜਦੇ ਕਿੰਨੇ ਦਿਨ, ਵੀ ਐਵੇਂ ਗ੍ਰਸਤੀਆਂ ਦੀ ਰੀਤੀ ਕਿਵੇਂ ਹੋਊਗੀ। ਬੜੀਆਂ ਗੱਲਾਂ ਵਿਚਾਰਾਂ ਕਹੀਆਂ ਹੈ। ਭੈਣ ਨਾਨਕੀ ਜੀ ਨੂੰ ਕਿਹਾ ਵੀ ਸਮਝਾਉਣਾ ਚਾਹੀਦਾ ਤੁਹਾਨੂੰ ਆਪਣੇ ਭਰਾ ਨੂੰ। ਭੈਣ ਨਾਨਕੀ ਜੀ ਨੇ ਕਿਹਾ ਕਿ ਭਰਾ ਮੇਰੇ ਨਾ ਤਾਂ ਡਕੈਤੀ ਕਰਦੇ ਹੈ, ਨਾ ਚੋਰੀ ਕਰਦੇ ਹੈ, ਨਾ ਜੂਆ ਖੇਡਦੇ ਹੈ, ਨਾ ਸ਼ਰਾਬ ਪੀਂਦੇ ਹੈ, ਨਾ ਲੋਭੀ ਹੈ, ਨਾ ਕਰੋਧੀ ਹੈ, ਨਾ ਇਸਤਰੀ ਲੰਪਟ ਹੈ ਮੇਰੇ ਭਰਾ ਜੀ। ਅਤੇ ਫਿਰ ਮੈਂ ਉਹਨਾਂ ਨੂੰ ਕੀ ਸਮਝਾਵਾਂ। ਜੇ ਤਾਂ ਇਹੋ ਜਿਹੇ ਹੋਣ ਕੋਈ ਕਰਨ ਵਾਲੇ ਮਾੜੇ ਕੰਮ ਅਤੇ ਮੈਂ ਸਮਝਾਉਂਦੀ ਵੀ ਚੰਗੀ ਲੱਗਦੀ ਹਾਂ। ਉਹ ਤਾਂ ਸਭ ਤਰ੍ਹਾਂ ਨਾਲ ਪੂਰੇ ਹੈ, ਸਮਰੱਥ ਹਨ। ਫਿਰ ਉਹਨਾਂ ਨੂੰ ਸਮਝਾਉਣਾ ਮੇਰਾ ਕੀ ਬਣਦਾ ਹੈ। ਅੱਗੋਂ ਜਿਵੇਂ ਹੋਰ ਬਚਨ ਭੈਣ ਨਾਨਕੀ ਜੀ ਨੇ ਕਹੇ, ਉਹ ਰਹਿੰਦਾ ਪ੍ਰਸੰਗ ਆਪਾਂ ਸਰਵਣ ਕਰੀਏ। ਗੁਰੂ ਚਰਨਾਂ 'ਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਹਾ ਸੁਸ਼ੀਲੰ ਕਰੁਣਾ ਖਾਨੀ। ਭੈਣ ਨਾਨਕੀ ਜੀ ਕਹਿਣ ਲੱਗੇ ਮਾਸੀ ਜੀ, ਚੰਦੋ ਰਾਣੀ ਮਾਸੀ ਜੀ, ਮੇਰੇ ਭਰਾ ਵਿੱਚ ਕੋਈ ਦੋਸ਼ ਨਹੀਂ ਹੈ, ਕੋਈ ਕਮੀ ਨਹੀਂ ਹੈ। ਮੈਂ ਤਾਂ ਸਦਾ ਹੀ ਉਹਨਾਂ ਦਾ ਭਲਾ ਚੰਗਾ ਸੁਭਾਅ ਵੇਖਦੀ ਹਾਂ। ਫਿਰ ਮੈਂ ਸਮਝਾਵਾਂ ਉਹਨਾਂ ਨੂੰ ਕਿ ਕੋਈ ਐਬ ਨਹੀਂ ਹੈ, ਕੋਈ ਗੁਨਾਹ ਨਹੀਂ ਹੈ, ਕੋਈ ਦੋਸ਼ ਨਹੀਂ ਹੈ। ਜਿਹਦੇ ਵਿੱਚ ਕੋਈ ਮਾੜੇ ਕੰਮ ਹੋਣ, ਮਾੜੀਆਂ ਹਰਕਤਾਂ ਕਰੇ, ਉਹਨੂੰ ਤਾਂ ਕੋਈ ਸਮਝਾ ਹੀ ਦੇਵੇ। ਮੇਰੇ ਭਰਾ ਦੇ ਬਹੁਤ ਸੀਲ ਸੁਭਾਅ ਦੇ, ਸ਼ਾਂਤ ਚਿੱਤ, ਕਰਨਾ ਦੀ ਅਤੇ ਦਇਆ ਦੀ ਅਤੇ ਖਾਣੀ ਹਨ। ਰਸਨ ਬਸਨ ਰੰਕਨ ਕੋ ਦਾਨੀ। ਵੀ ਆਹ ਕੋਈ ਮਾੜਾ ਕੰਮ ਹੈ ਕਿ ਗਰੀਬਾਂ ਨੂੰ ਕੱਪੜੇ ਦੇ ਦੇਣੇ ਚੰਗੇ, ਸ਼ਗਨ ਨੂੰ ਭੋਜਨ ਦੇ ਦੇਣਾ, ਅਤੇ ਇਹ ਕੋਈ ਮਾੜਾ ਕੰਮ ਥੋੜ੍ਹੀ ਹੈ। ਮੇਰੇ ਭਰਾ ਜੀ ਦੇ ਦਾਨੀ ਹੈ, ਗਰੀਬਾਂ ਨੂੰ ਸਹਾਰ ਨਹੀਂ ਸਕਦੇ, ਵੇਖ ਨਹੀਂ ਸਕਦੇ ਮਾੜੀ ਹਾਲਤ। ਜੇ ਕੋਈ ਆਉਂਦਾ ਹੈ ਭੁੱਖਾ ਉਹਨੂੰ ਭੋਜਨ ਦੇ ਦਿੰਦੇ ਹੈ, ਜੇ ਕੋਈ ਨੰਗਾ ਕੱਪੜੇ ਧੋਂਦਾ ਉਹਨੂੰ ਵਸਤਰ ਦੇ ਦਿੰਦੇ। ਦਾਨੀ ਹੈ ਮੇਰੇ ਭਰਾ ਜੀ। ਪਰ ਦੁੱਖ ਬਿਖ ਨਹਿ ਜਾਤ ਸਹਾਰਾ। ਆਹ ਭਰਾਏ ਦਾ ਦੁੱਖ ਵੇਖ ਕੇ ਤੇ ਉਹਨਾਂ ਕੋ ਸਹਾਰਿਆ ਨਹੀਂ ਜਾਂਦਾ। ਸੁਖ ਦਾਨੀ ਜਿਉ ਬ੍ਰਿਖ ਉਪਕਾਰਾ। ਮਾਸੀ ਜੀ, ਜਿਸ ਤਰ੍ਹਾਂ ਆ ਬ੍ਰਿਸ਼ ਉਪਕਾਰੀ ਹੁੰਦਾ, ਸੁੱਖ ਦੇਣ ਵਾਲਾ ਹੁੰਦਾ, ਉਹ ਆਉਂਦੇ ਜਾਂਦੇ ਰਾਹੀਆਂ ਨੂੰ ਛਾਂ ਦਿੰਦਾ ਹੈ, ਫਲ ਵੀ ਦਿੰਦਾ ਹੈ, ਪੰਛੀਆਂ ਨੂੰ ਘਰ ਬਣਾਉਣ ਦੀ ਵੀ ਥਾਂ ਦਿੰਦਾ ਹੈ। ਅਤੇ ਉਹ ਪਰਉਪਕਾਰੀ ਜਿਵੇਂ ਬ੍ਰਿਸ਼ ਹੁੰਦਾ ਹੈ, ਸੁੱਖਾਂ ਨੂੰ ਦੇਣ ਵਾਲੇ ਹੈ ਮੇਰੇ ਭਰਾ ਜੀ। ਪਰਉਪਕਾਰੀ ਗੁਰੂ ਪਿਆਰੇ, ਗੁਰੂ ਜੋ ਪਿਆਰੇ ਹੈ ਉਹਦੇ ਪਰਉਪਕਾਰੀ ਹੈ, ਦੂਜਿਆਂ ਦਾ ਹਮੇਸ਼ਾ ਭਲਾ ਹੀ ਕਰਦੇ ਮਹਾਰਾਜ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਜੀ ਜੇ ਸਭ ਦਾ ਭਲਾ ਮਨਾਉਂਦੇ, ਫਿਰ ਉਸ ਮਨੁੱਖ ਦਾ ਕਿਵੇਂ ਬੁਰਾ ਕਰ ਸਕਦੇ, ਜਿਹਨੂੰ ਆਪ ਪੈਦਾ ਕੀਤਾ ਹੈ। ਮਾਂ ਪਿਓ ਕਦੀ ਨਹੀਂ ਚਾਹੁੰਦੇ ਮੇਰਾ ਧੀ ਪੁੱਤ ਔਖਾ ਹੋਵੇ, ਭਾਵੇਂ
ਧੀ ਪੁੱਤ ਕਿੰਨਾ ਵੀ ਮਾਂ ਪਿਓ ਨੂੰ ਮਾੜਾ ਕਹੀ ਜਾਵੇ, ਗਿਣੀ ਜਾਵੇ, ਮਾਂ ਪਿਓ ਹਮੇਸ਼ਾ ਖੈਰ ਹੀ ਮੰਗਦੇ। ਇਸੇ ਤਰ੍ਹਾਂ ਗੁਰੂ ਦੇ ਪਰਮਾਤਮਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਸਭ ਜੀਵ ਦੇ ਬਾਲ ਬੱਚੇ ਹੈ। ਮਹਾਰਾਜ ਹਮੇਸ਼ਾ ਭਲਾਈ ਕਰਦੇ, ਬੱਚਿਆਂ ਵਾਂਗ ਪ੍ਰੇਮ ਕਰਦੇ ਹੈ। ਭੈਣ ਨਾਨਕੀ ਜੀ ਕਹਿੰਦੇ ਕਿ ਮੇਰੇ ਭਰਾ ਜੀ ਤੇ ਮਾਸੀ ਚੰਦੋ ਰਾਣੀ ਜੀ ਐਸੇ ਹੈ, ਦੂਸਰੇ ਦਾ ਦੁੱਖ ਵੇਖ ਕੇ ਉਹਨਾਂ ਕੋਲ ਸਹਾਰਿਆ ਨਹੀਂ ਜਾਂਦਾ। ਅਤੇ ਨਾਲੇ ਜਿਵੇਂ ਬਿਰਛ ਰੁੱਖ ਦਾ ਸੁਭਾਅ ਉਪਕਾਰ ਕਰਨਾ, ਇਵੇਂ ਸੁੱਖਾਂ ਨੂੰ ਦੇਣ ਵਾਲੇ ਹੈ ਮੇਰੇ ਭਰਾ ਜੀ। ਆਤਪ ਤਪਤੰ ਸਿਰ ਪਰ ਦੇਤਾ। ਉਹ ਵੇਖ ਲਓ ਕਿ ਜਿਹੜਾ ਰੁੱਖ ਹੈ ਉਹ ਧੁੱਪ ਸਹਿੰਦਾ ਹੈ, ਧੁੱਪ ਦੀ ਤਪਸ਼ ਆਪਣੇ ਸਿਰ ਦੇ ਉੱਪਰ ਲੈਂਦਾ ਹੈ। ਕਰ ਛਾਇਆ ਪੰਖੀ ਸੁਖ ਦੇਤਾ। ਗਰਮੀਆਂ 'ਚੋਂ ਧੁੱਪ ਲੈਂਦਾ, ਸਿਰ 'ਤੇ ਸਹਿੰਦਾ ਹੈ। ਸਿਆਲ ਦੇ ਵਿੱਚ ਉਹ ਠੰਡ ਸਹਿੰਦਾ ਰੁੱਖ, ਕਿੰਨੀ ਨਿਮਰਤਾ ਰੁੱਖ ਦੀ। ਮੀਂਹ ਦੇ ਵਿੱਚ ਉਹ ਬਾਰਿਸ਼ ਸਹਿੰਦਾ, ਗੜਿਆਂ ਦੀ ਮਾਰ ਝੱਲਦਾ, ਕੱਕਰ ਪਾਲੇ ਝੱਲਦਾ ਰੁੱਖ ਵਿਚਾਰਾ। ਦਰਵੇਸ਼ਾਂ ਨੂੰ ਲੋੜੀਆਂ ਰੁੱਖਾਂ ਦੀ ਜੀਰਾਂਦ, ਭਗਤ ਫਰੀਦ ਜੀ ਕਹਿੰਦੇ ਹੈ ਵੀ ਰੁੱਖਾਂ ਵਰਗਾ ਚਿਹਰਾ ਹੋਣਾ ਚਾਹੀਦਾ ਹੈ ਦਰਵੇਸ਼ ਦਾ, ਫਕਰ ਦਾ। ਵੀ ਜਿਵੇਂ ਮੀਂਹ ਪਵੇ ਬੇਅੰਤ ਤਾਂ ਰੁੱਖ ਉੱਥੇ ਸ਼ਾਂਤ ਰਹਿੰਦਾ ਹੈ। ਜਾਲੇ ਵੱਜ ਜਾਣ ਰੁੱਖ ਤਾਂ ਨਹੀਂ ਕੁਝ ਕਹਿੰਦਾ ਹੈ। ਪੰਛੀ ਆਲਣੇ ਪਾਉਣ ਰੁੱਖ ਤਾਂ ਨਹੀਂ ਕੁਝ ਕਹਿੰਦਾ ਹੈ। ਗਰਮੀ ਪਵੇ, ਧੁੱਪ ਪਵੇ ਤਾਂ ਨਹੀਂ ਕੁਝ ਕਹਿੰਦਾ ਹੈ। ਅੱਗ ਲੱਗ ਜੇ ਤਾਂ ਨਹੀਂ ਕੁਝ ਕਹਿੰਦਾ। ਉਹ ਰੁੱਖ ਇੱਕ ਥਾਂ ਹੀ ਖੜ੍ਹਾ ਰਹਿੰਦਾ ਹੈ। ਅਤੇ ਉਹਦਾ ਸੁਭਾਅ ਹੈ ਪੰਛੀਆਂ ਨੂੰ ਸੁੱਖ ਦੇਣਾ। ਪੰਛੀ ਆ ਕੇ ਆਲਣੇ ਪਾਉਂਦੇ ਹੈ, ਘਰ ਵਸਾਉਂਦੇ ਆਪਣਾ। ਆਉਂਦਾ ਜਾਂਦਾ ਜੇ ਕੋਈ ਰਾਹੀ ਹੈ ਉਹਨੂੰ ਛਾਂ ਕਰਦੇ ਰੁੱਖ। ਅਤੇ ਜੇ ਉਹ ਰੁੱਖ ਦੇ ਉੱਤੇ ਫਲ ਲੱਗੇ ਹੈ, ਲੋਕ ਢੇਮਾਂ ਮਾਰਨ, ਟਾਹਣੀਆਂ ਤੋੜਨ ਉਹਦੀਆਂ, ਉਹਨੂੰ ਕਿੰਨਾ ਕੁਝ ਕਰਨ, ਪਰ ਰੁੱਖ ਕਦੇ ਕੋਈ ਜਵਾਬ ਨਹੀਂ ਦਿੰਦਾ ਹੈ। ਫਲ ਦਿੰਦਾ ਹੈ ਅਤੇ ਆਪਣਾ ਸੁਭਾਅ ਰੱਖਦਾ ਸ਼ਾਂਤੀ। ਲੋਕ ਢੇਮਾਂ ਮਾਰਦੇ, ਇਹਨੂੰ ਸੱਟਾਂ ਲੱਗਦੀਆਂ, ਪੱਤੇ ਟੁੱਟਦੇ ਆ, ਟਾਹਣੀਆਂ ਟੁੱਟਦੀਆਂ, ਪਰ ਬਦਲੇ ਵਿੱਚ ਕੀ ਦਿੰਦਾ? ਢੇਮਾਂ ਦੀ ਬਜਾਏ ਫਲ। ਜਿਵੇਂ ਰੁੱਖ ਦਾ ਸੁਭਾਅ ਉਪਕਾਰ ਕਰਨਾ ਅਤੇ ਪੰਛੀਆਂ ਨੂੰ ਸੁੱਖ ਦਿੰਦਾ ਹੈ, ਆਉਂਦੇ ਜਾਂਦੇ ਰਾਹੀਆਂ ਨੂੰ ਛਾਂ ਵੀ ਦਿੰਦਾ ਹੈ, ਫਲ ਵੀ ਦਿੰਦਾ ਹੈ। ਇਉਂ ਕਰਕੇ ਨਿਜ ਹੱਥ ਕਮਾਈ। ਇਵੇਂ ਕਰਕੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਆਪਣੇ ਹੱਥਾਂ ਨਾਲ ਕਮਾਈ ਕਰਕੇ ਸਭ ਸੰਤਨ ਕੋ ਦੇਤ ਖਵਾਈ। ਸਾਰੇ ਸੰਤਾਂ ਨੂੰ ਖਵਾ ਦਿੰਦੇ ਆ ਮੋਦੀ ਖਾਨੇ ਦੇ ਹੱਟ ਵਿੱਚ ਖੁੱਲ੍ਹਾ ਹੀ ਪੈਸਾ ਵਰਤਾ ਕੇ। ਜਿਹੜਾ ਕੋਈ ਗਰੀਬ ਕੰਗਾਲ ਆਉਂਦਾ ਹੈ ਕਿਸੇ ਨੂੰ ਨਹੀਂ ਮੋੜਦੇ, ਖੁੱਲ੍ਹਾ ਹੀ ਰਾਸ਼ਨ ਕੱਪੜਾ ਦਿੰਦੇ ਹਨ। ਮਨਹੁ ਭਗਤ ਨਿਜ ਧਰਿਓ ਸਰੂਪਾ। ਮਾਸੀ ਚੰਦੋ ਰਾਣੀ ਜੀ ਮਾਨੋ ਕਿ ਜਿਹੜੀ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ ਉਸਨੇ ਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਸਰੂਪ ਧਾਰਨ ਕੀਤਾ ਹੈ। ਕਿਦੋਂ ਗਿਆਨ ਤਨ ਕੀਨ ਅਨੂਪਾ। ਅਥਵਾ ਜੋ ਪਰਮੇਸ਼ਰ ਦੀ ਪ੍ਰਾਪਤੀ ਵਾਲਾ ਬ੍ਰਹਮ ਗਿਆਨ ਹੈ, ਉਸ ਬ੍ਰਹਮ ਗਿਆਨ ਨੇ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਧਾਰਨ ਕੀਤਾ ਹੈ ਅਨੂਪਮ ਸੁੰਦਰ। ਜੇ ਕੋ ਨੀਕੇ ਕਰਮਨ ਲਾਗਾ। ਮਾਸੀ ਜੀ ਜੇ ਕੋਈ ਮਨੁੱਖ, ਜੇ ਕੋਈ ਪੁਰਸ਼ ਚੰਗੇ ਕੰਮਾਂ ਨੂੰ ਕਰਨ ਲੱਗਦਾ ਹੈ, ਤਿਹ ਹੋ ਰਹਿ ਸੋ ਹੋਤ ਕੋ ਭਾਗਾ। ਜਿਹੜਾ ਉਹਨੂੰ ਰੋਕੇ ਉਹ ਖੋਟਿਆਂ ਭਾਗਾਂ ਵਾਲਾ ਹੁੰਦਾ। ਜਿਹੜਾ ਵੀ ਚੰਗਾ ਕੰਮ ਕਰੇ ਅਤੇ ਉਹਨੂੰ ਲੋਕ ਢਾਉਣ, ਇਹੋ ਜਿਹੇ ਦੇ ਅੱਜ ਕੱਲ੍ਹ ਕਲਯੁਗ ਦਾ ਸੁਭਾਅ ਹੀ ਹੈ। ਜਿਹੜਾ ਕਰੂ ਚੰਗਾ ਉਹ ਹੋ ਜੂ ਮੰਦਾ, ਜਿਹੜਾ ਕਰੂ ਮੰਦਾ ਉਹ ਸਾਰੀ ਦੁਨੀਆ 'ਚ ਹੀ ਚੰਗਾ। ਚੰਗੇ ਕੰਮ ਵਾਲੇ ਨੂੰ ਤੇ ਲੋਕ ਅੱਜ ਕੱਲ੍ਹ ਡਿੱਗਣ ਨਹੀਂ ਦਿੰਦੇ। ਚੰਗੀਆਂ ਚੰਗੀਆਂ ਸੰਸਥਾਵਾਂ ਵਿੱਚ, ਜਥੇਬੰਦੀਆਂ ਵਿੱਚ ਜਿਹੜਾ ਕੋਈ ਚੰਗਾ ਮਨੁੱਖ ਹੈ, ਕੋਈ ਆਵਾਜ਼ ਉਠਾਵੇ, ਚੰਗੀ ਗੱਲ ਕਰੇ, ਕਹਿੰਦੇ ਇਹਦਾ ਪੱਤਾ ਕੱਟੋ, ਇਹਦਾ ਇਹ ਫਸਾਦ ਖੜਾ ਕਰੋ, ਆਉਣ ਵਾਲੇ ਦਿਨਾਂ ਵਿੱਚ ਇਹਨੂੰ ਕੱਢਿਆ ਜਾਵੇ ਇੱਥੋਂ। ਉਹਨੂੰ ਬਰਖਾਸਤ ਕੀਤਾ ਜਾਂਦਾ ਹੈ, ਕੱਢ ਦਿੱਤਾ ਜਾਂਦਾ ਉਹਨੂੰ। ਸੱਚੇ ਦੀ ਜਿੱਤ ਪਰਮੇਸ਼ਰ ਕਰਦਾ ਹਮੇਸ਼ਾ, ਕਿਉਂਕਿ ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢਿਆ ਜਜਮਾਲਿਆ। ਉੱਥੇ ਸੱਚ ਦਾ ਹੀ ਨਿਬੇੜਾ ਹੁੰਦਾ, ਜਿੱਥੇ ਅਸਲੀ ਫੈਸਲੇ ਹੋਣੇ ਆ ਚੁਣ ਕੇ ਕੱਢੇ ਜਾਂਦੇ ਹੈ।
ਕਿਹੜਾ ਕਿਹੋ ਜਿਹਾ ਸੀ, ਕਿਹੜਾ ਸੱਚ ਬੋਲਦਾ ਸੀ। ਤੇ ਲੋਕ ਹੁਣ ਕਹਿੰਦੇ ਵੀ ਅੱਗੇ ਦੀ ਅੱਗੇ ਵੇਖਾਂਗੇ, ਇੱਥੇ ਦੀ ਇੱਥੇ ਵੇਖੀਏ ਕੀ ਬਣਦਾ, ਇੱਥੋਂ ਦੀ ਵੇਖਣੀ ਚਾਹੀਦੀ, ਅੱਗੇ ਕਿਹਨੇ ਵੇਖਿਆ, ਮਰੇ ਤੇ ਗਏ, ਮੇਲਾ ਖਤਮ। ਪਰ ਐਸਾ ਤਾਂ ਨਹੀਂ ਹੈ। ਜਦੋਂ ਅਗਲੇ ਬੰਨੇ ਹਿਸਾਬ ਕਿਤਾਬ ਹੋਣਾ ਫਿਰ ਬੜੀ ਖਿਆਈ ਹੈ। ਕਿੰਨਾ ਕੁਝ ਹੋ ਰਿਹਾ, ਅਜੇ ਤਾਂ ਬਹੁਤ ਕੁਝ ਹੋਣਾ ਬਾਕੀ ਹੈ। ਭੈਣ ਨਾਨਕੀ ਜੀ ਕਹਿੰਦੇ, ਮਾਸੀ ਜੀ ਜਿਹੜਾ ਕੋਈ ਚੰਗਾ ਕੰਮ ਕਰਨ ਲੱਗਾ ਹੋਵੇ, ਜੇ ਉਹਨੂੰ ਜਿਹੜਾ ਕੋਈ ਰੋਕਦਾ, ਉਹਦੇ ਖੋਟਿਆਂ ਮਾੜਿਆਂ ਭਾਗਾਂ ਵਾਲਾ ਹੁੰਦਾ ਮਨੁੱਖ। ਧੰਨ ਭਾਗ ਤੁਮ ਕਰੇ ਵਿਧਾਤਾ। ਤੁਹਾਡੇ ਤੇ ਉਹ ਵਿਧਾਤਾ ਪਰਮੇਸ਼ਰ ਨੇ ਚੰਗੇ ਭਾਗ ਕੀਤੇ ਹੈ। ਜਿਨ ਕੋ ਐਸੋ ਬਨਿਓ ਜਮਾਤਾ। ਜਿਨ੍ਹਾਂ ਦਾ ਐਸਾ ਭਾਵ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਵਰਗਾ ਜਵਾਈ ਹੋਇਆ ਹੈ, ਜੋ ਕਿ ਆਪ ਹੀ ਪਰਮੇਸ਼ਰ ਹਨ। ਅਨਕ ਕੁਲਨ ਕੋ ਕਰਹਿ ਉਧਾਰਾ। ਵੇਖਿਓ ਇਹ ਜਿਹੜੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਅਨੇਕਾਂ ਕੁਲਾਂ ਦਾ ਆਧਾਰ ਕਰਨਗੇ ਇੱਕ ਦਿਨ। ਸਾਤ ਰੂਪ ਕੀਏ ਨਾਸ਼ ਵਿਕਾਰਾ। ਜੋ ਸ਼ਾਂਤੀ ਹੈ, ਸ਼ਾਂਤੀ ਨੇ ਰੂਪ ਧਾਰਨ ਕੀਤਾ ਮਹਾਰਾਜ ਜੀ ਦਾ, ਤੇ ਸਾਰੇ ਜਿਹੜੇ ਵਿਕਾਰ ਉਹ ਨਾਸ਼ ਕਰ ਦਿੱਤੇ ਹੈ। ਸ਼ਾਂਤੀ ਹੈ ਤੇ ਉੱਥੇ ਵਿਕਾਰ ਨਾਸ਼ ਹੈ, ਜਿੱਥੇ ਵਿਕਾਰ ਉੱਥੇ ਸ਼ਾਂਤੀ ਨਹੀਂ ਹੁੰਦੀ। ਜਾਂ ਕੇ ਸਰਸ ਉਦਾਰ ਨਾ ਕੋ। ਜਿਨ੍ਹਾਂ ਦੇ ਗੁਰੂ ਨਾਨਕ ਸਾਹਿਬ ਜੀ ਦਾ ਜਿਹਾ ਸਖੀ ਦਾਤਾ ਨਹੀਂ ਹੈ ਕੋਈ ਜਗਤ ਵਿੱਚ। ਬਸਰਿਓ ਸੋ ਜਸ ਸਰਬ ਦੁਖ ਖੋ। ਸ੍ਰੇਸ਼ਟ ਜਿਹੜਾ ਜਸ ਇਹਨਾਂ ਦਾ ਫੈਲਿਆ ਹੋਇਆ, ਸਾਰੇ ਕਹਿੰਦੇ ਆ ਕਿ ਇਹਨਾਂ ਦੇ ਕਰਕੇ ਜਿਹੜੇ ਦੁੱਖ ਹੈ ਉਹ ਖੋਏ ਜਾਂਦੇ ਆ, ਖਤਮ ਹੋ ਜਾਂਦੇ ਨਾਸ। ਕਬ ਹੈ ਨਾ ਘਾਟਾ ਲੇਖੇ ਆਵਹਾ। ਮਾਸੀ ਜੀ ਆ ਵੇਖ ਲੋ, ਜਦੋਂ ਵੀ ਲੇਖਾ ਜੋਖਾ ਹਿਸਾਬ ਕਿਤਾਬ ਕੀਤਾ ਇਹਨਾਂ ਨੇ, ਕਦੀ ਨਹੀਂ ਘਾਟੇ ਵਿੱਚ ਆਇਆ। ਹਮੇਸ਼ਾ ਮਹਾਰਾਜ ਪਰਮੇਸ਼ਰ ਦੀ ਕਿਰਪਾ ਹੀ ਰਹੀ ਹੈ। ਅਨਕ ਵਾਰ ਬਾਦੋ ਬਹੁ ਪਾਵਾ। ਅਨੇਕਾਂ ਵਾਰ ਹੋਇਆ ਹੈ ਲੇਖਾ ਜੋਖਾ ਨਵਾਬ ਦੌਲਤ ਖਾਨ ਨਾਲ। ਹਮੇਸ਼ਾ ਇਹਨਾਂ ਵਾਧੇ ਦਾ ਹੀ ਹਿਸਾਬ ਕਿਤਾਬ ਪਾਇਆ ਹੈ, ਇਹਨਾਂ ਦੇ ਵਾਧੇ ਪੈਸੇ ਨਿਕਲਦੇ ਰਹੇ ਹੈ। ਪੁਨ ਤੁਮ ਭਾਖਤ ਸੁਤਾ ਹਮਾਰੀ। ਤੇ ਪੁਨਾ ਵੇਖੋ ਤੁਸੀਂ ਫਿਰ ਵੀ ਕਹਿੰਦੇ ਕਿ ਸਾਡੀ ਪੁੱਤਰੀ ਸੁਲੱਖਣੀ। ਸਰਬ ਬਾਤ ਦੇ ਰਹਿਤ ਦੁਖਾਰੀ। ਇਹ ਸਾਡੀ ਜਿਹੜੀ ਧੀ ਉਹ ਤੇ ਸਾਰੀਆਂ ਗੱਲਾਂ ਬਾਤਾਂ ਨਾਲ ਦੁਖੀ ਹੀ ਰਹਿੰਦੀ ਹੈ। ਕਹੀਏ ਕੌਣ ਪਦਾਰਥ ਹੀਨੀ। ਤੁਸੀਂ ਦੱਸੋ ਮਾਸੀ ਚੰਦੂ ਰਾਣੀ ਜੀ, ਮੈਂ ਪੁੱਛਦੀ ਹਾਂ ਕਿ ਜਿਹੜੀ ਤੁਹਾਡੀ ਧੀ ਸੁਲੱਖਣੀ ਉਹ ਕਿਹੜੇ ਪਦਾਰਥ ਤੋਂ ਹੀਣੀ ਹੈ, ਕਿਹੜੀ ਚੀਜ਼ ਹੈ ਜਿਹੜੀ ਉਹਦੇ ਘਰ ਵਿੱਚ ਨਹੀਂ ਹੈਗੀ। ਜਾਂ ਤੇ ਦੁਖੀ ਸੁਤਾ ਨਿਜ ਚੀਨੀ। ਵੀ ਜਿਸ ਕਰਕੇ ਤੁਸਾਂ ਨੇ ਆਪਣੀ ਪੁੱਤਰੀ ਨੂੰ ਦੁਖੀ ਜਾਣ ਲਿਆ ਹੈ। ਸਰਬ ਵਸਤ ਭਰਾਤਾ ਨੇ ਦੀਨੀ। ਸਾਰੀਆਂ ਜਿਹੜੀਆਂ ਘਰ ਵਿੱਚ ਲੋੜੀ ਦੀਆਂ ਵਸਤੂਆਂ ਹੁੰਦੀਆਂ ਹੈ, ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ ਬਹੁਤ ਹੀ ਸਗੋਂ ਦਿੱਤੀਆਂ ਹੋਈਆਂ ਹੈ। ਖਰਚਨ ਖਾਨ ਅਤੁੱਟ ਕੀਨੀ। ਵੀ ਖਰਚਣ ਵਾਸਤੇ ਮਾਇਆ, ਖਾਣ ਵਾਸਤੇ ਖੁੱਲਾ ਡੁੱਲਾ ਅਨਾਜ, ਟੋਟੇ ਤੋਂ ਰਹਿਤ ਕੀਤਾ ਹੈ, ਨਾ ਖਤਮ ਹੋਣ ਵਾਲਾ। ਨਾਨਾ ਅਸਨ ਬਸਨ ਬਹੁਤ ਦੀਨੇ। ਨਾਨਾ ਬਹੁਤ ਤਰ੍ਹਾਂ ਦੇ ਭੋਜਨਾਂ ਵਾਸਤੇ ਰਸਤਾਂ ਬਸਤਾਂ ਤੇ ਨਾਨਾ ਤਰ੍ਹਾਂ ਦੇ ਜਿਹੜੇ ਵਸਤਰ, ਰੰਗ ਬਰੰਗੇ ਕੱਪੜੇ ਉਹ ਮੇਰੇ ਭਰਾ ਨੇ ਦਿੱਤੇ ਹੋਏ ਆ ਸਭ ਤਰ੍ਹਾਂ ਨਾਲ। ਸੁੰਦਰ ਭੂਖਨ ਭੂਖਤ ਕੀਨੇ। ਤੇ ਸੋਹਣੇ ਵੇਖੋ, ਤੁਸੀਂ ਅੱਖੀਂ ਵੇਖੋ ਵੀ ਆ ਤੁਹਾਡੀ ਇਸ ਪੁੱਤਰੀ ਦੇ ਕੰਠ ਵਿੱਚ ਸਰੀਰ ਦੇ ਗਹਿਣੇ ਪਾਏ ਹੋਏ ਐ। ਸੋਹਣੇ ਜਿਹੜੇ ਗਹਿਣੇ ਐ ਮੇਰੇ ਭਰਾ ਜੀ ਨੇ ਸੱਜਦੇ, ਜਿਹੜੇ ਸੱਜਦੇ ਤੁਹਾਨੂੰ ਦੇਖ ਰਹੇ ਆ, ਪਹਿਰਾਉਣੇ ਕੀਤੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਨੇ। ਏਕ ਫਿਕਰ ਕੋ ਜ਼ਿਕਰ ਨਾ ਕੋ। ਇੱਕ ਵੀ ਜਿਹੜੀ ਗੱਲ ਦਾ ਫਿਕਰ
ਉਹ ਤੁਹਾਡੀ ਸੁਪੁੱਤਰੀ ਨੂੰ ਹੈ ਨਹੀਂ ਹੈ ਘਰ ਦਾ। ਚਾਹੇ ਜੋ ਹੋਏ ਪੁਚਾਵਹਿ ਸੋ। ਵੀ ਜੋ ਚਾਹੁੰਦੇ ਹੈ ਵੀ ਆਹ ਚੀਜ਼ ਨਹੀਂ ਹੈ ਤੇ ਉਹ ਅਸੀਂ ਵੀ ਤੇ ਮੇਰੇ ਭਰਾ ਜੀ ਵੀ ਉਹ ਸਮੇਂ ਸਿਰ ਹੀ ਪਹੁੰਚਾ ਦਿੰਦੇ ਹੈ। ਬਿਨਾ ਦੋਖ ਤੁਮ ਕਰਹੁ ਖੁਆਰਾ। ਇਸ ਕਰਕੇ ਮਾਸੀ ਜੀ ਆ ਬਿਨਾਂ ਦੋਸ਼ ਔਗਣ ਤੋਂ ਤੁਸੀਂ ਐਵੇਂ ਸਾਨੂੰ ਤੇ ਸਾਡੇ ਭਰਾ ਗੁਰੂ ਨਾਨਕ ਸਾਹਿਬ ਜੀ ਨੂੰ ਖੱਜਲ ਖੁਆਰ ਨਾ ਐਵੇਂ ਕਰੀ ਜਾਓ। ਤੋ ਕਿਆ ਚਲ ਹੈ ਹਮਰੋ ਚਾਰਾ। ਜਦੋਂ ਬਿਨਾਂ ਦੋਸ਼ ਤੋਂ ਤੁਸੀਂ ਸਾਨੂੰ ਖੱਜਲ ਖੁਆਰ ਕਰੋਗੇ ਤੇ ਦੱਸੋ ਵੀ ਫਿਰ ਸਾਡਾ ਕੀ ਚੱਲੂਗਾ ਤੁਹਾਡੇ ਅੱਗੇ ਚਾਰਾ, ਕੀ ਬੱਸ ਚੱਲੇ, ਕੀ ਸਾਡੀ ਗੱਲ ਚੱਲੇ ਜਦੋਂ ਹੁਣ ਤੁਸੀਂ ਨਜਾਇਜ਼ ਹੀ ਸਾਨੂੰ ਕਹੀ ਜਾਓਗੇ। ਸੁਨ ਮਾਸੀ ਅਸਮੰਜਸ ਗਾਥਾ। ਮਾਸੀ ਸੁਣੋ ਵੀ ਆ ਜਿਹੜੀ ਮੁਨਾਸਬ ਜੀ ਗੱਲ ਹੁੰਦੀ ਆ ਬੜੀ ਕਠਿਨ ਜੀ ਗੱਲ ਹੁੰਦੀ ਇਹ। ਹਮ ਬੋਲਹਿ ਜੇ ਤੁਮਰੇ ਸਾਥਾ। ਵੀ ਜੇ ਬਰਾਬਰ ਦਾ ਅਸੀਂ ਵੀ ਤੁਹਾਡੇ ਨਾਲ ਅੱਗੋਂ ਬੋਲੀ ਜਾਈਏ, ਤੁਸੀਂ ਕਹੋ ਵੀ ਸਾਡੀ ਧੀ ਬੜੀ ਦੁਖੀ ਹੈ, ਅੱਗੋਂ ਅਸੀਂ ਕਹੀ ਜਾਈਏ ਵੀ ਕਿਹੜੀ ਪਰੇਸ਼ਾਨੀ ਹੈ। ਜੇ ਆ ਬਰਾਬਰ ਦਾ ਹੀ ਅਸੀਂ ਤੁਹਾਡੇ ਵਾਂਗ ਹੀ ਗਰਮ ਹੋ ਕੇ ਬੋਲਦੇ ਜਾਈਏ ਤੇ ਮਾਸੀ ਜੀ ਇਹ ਤੇ ਗੱਲ ਬੜੀ ਅਸਮੰਜਸ ਨਾ ਬਣਦੀ ਗੱਲ ਜੀ ਬਣਦੀ ਹੈ। ਆਸ ਬਚ ਸੁਨ ਕਰ ਚੰਦੋ ਰਾਨੀ। ਐਸੇ ਬਚਨ ਭੈਣ ਨਾਨਕੀ ਦੇ ਸੁਣ ਕਰਕੇ ਮਹਾਰਾਜ ਜੀ ਦੀ ਸੱਸ ਚੰਦੋਰਾਣੀ ਭਈ ਤੂਸ਼ਨੀ ਆਏ ਨਾ ਬਾਨੀ। ਉੱਥੇ ਚੁੱਪ ਹੋ ਗਏ ਆ ਕੋਈ ਗੱਲ ਹੀ ਨਹੀਂ ਮੂੰਹ ਆ ਰਹੀ। ਜਿਉਂ ਤੱਕ ਆਗੇ ਅਗ ਅਲਗਾਈ। ਆ ਜਿਵੇਂ ਕੋਈ ਤਤ ਗਿਆਨੀ ਹੋਵੇ ਬ੍ਰਹਮ ਗਿਆਨੀ, ਉਹਦੇ ਅੱਗੇ ਜਿਵੇਂ ਅਗਿਆਨੀ ਨੂੰ ਨੇ ਗੱਲ ਨਹੀਂ ਆਉਂਦੀ ਤੇ ਉਹ ਅਰਗਾਈ ਕਈ ਵੀ ਚੁੱਪ ਕਰ ਰਹਿੰਦਾ ਹੈ। ਪਹਿਲਾਂ ਤੇ ਕਈ ਬੜੇ ਦਾਅਵੇ ਕਰੀ ਜਾਂਦੇ ਹੈ ਸਾਡੇ ਨਾਲ ਜੀ ਚਰਚਾ ਕਰੋ, ਅਸੀਂ ਤੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ, ਇੱਥੇ ਬਹਿ ਕੇ ਵਿਚਾਰ ਕਰੋ ਸਾਡੇ ਨਾਲ ਗੁਰਮਤਿ ਦੇ ਸਿਧਾਂਤ ਦੀ। ਉਹ ਅਗਿਆਨੀ ਲੋਕ ਇਹੋ ਜਿਹਾ ਰੌਲਾ ਪਾ ਲੈਂਦੇ। ਜਦੋਂ ਕੋਈ ਤਤ ਗਿਆਨੀ ਥੋੜ੍ਹਾ ਬਹੁਤ ਗੁਰਬਾਣੀ ਦਾ ਅਭਿਆਸੀ ਬੰਦਾ ਬੈਠ ਜਾਂਦਾ ਅੱਗੇ ਕਹਿੰਦਾ ਵੀ ਹਾਂ ਕਰੋ ਵਿਚਾਰ, ਫਿਰ ਉਹ ਕਦੀ ਤੇ ਫੋਨ ਕੱਟ ਲੈਂਦੇ ਆ ਜਾਂ ਫਿਰ ਉਹ ਕਦੀ ਆਪਣਾ ਮੂੰਹ ਲਗਾਉਂਦੇ ਆ, ਗੱਲਾਂ ਗੁੱਲਾਂ ਟਾਲ ਕੇ ਉਹ ਫੋਨ ਫਾਨ ਕੱਟ ਲੈਂਦੇ ਆ। ਪਹਿਲਾਂ ਰੌਲਾ ਪਾਉਣਾ ਹੈ ਵੀ ਸਾਡੇ ਨਾਲ ਬਹਿ ਕੇ ਵਿਚਾਰ ਕਰੋ ਜਿਹੜੀ ਬਣਦੀ ਹੈ, ਕਿਉਂਕਿ ਹੁਣ ਗਿਆਨ ਤਾਂ ਹੈ ਨਹੀਂ ਅਤੇ ਬਿਨਾਂ ਗੱਲ ਤੋਂ ਹੀ ਮੁੱਦਾ ਕਈ ਉਠਾ ਲੈਂਦੇ ਆ। ਇੱਧਰ ਇਹੀ ਗੱਲ ਹੋਈ ਹੈ ਕਿ ਬਿਨਾਂ ਗੱਲ ਤੋਂ ਹੀ ਮਹਾਰਾਜ ਜੀ ਨੂੰ ਭੈਣ ਨਾਨਕੀ ਉਹਨਾਂ ਨੂੰ ਦੋਸ਼ ਦੇ ਰਹੇ ਹੈ ਚੰਦੋਰਾਣੀ ਮਾਤਾ ਜੀ। ਅਤੇ ਭੈਣ ਨਾਨਕੀ ਜੀ ਨੇ ਗੱਲ ਕਹੀ ਹੈ ਵੀ ਤੁਸੀਂ ਦੱਸੋ ਵੀ ਕਿਹੜੀ ਗੱਲ ਦੀ ਕਮੀ ਹੈ, ਕੋਈ ਪਰੇਸ਼ਾਨੀ ਹੈ ਤੇ ਦੱਸੋ। ਆ ਸੁਣ ਸੁਣਾ ਕੇ ਜਿਵੇਂ ਐਵੇਂ ਚੁੱਪ ਕਰ ਗਏ ਜਿਵੇਂ ਕੋਈ ਤਤ ਗਿਆਨੀ ਦੇ ਅੱਗੇ ਜਿਹੜਾ ਅਗਿਆਨੀ ਪੁਰਸ਼ ਬੇਸਮਝ ਚੁੱਪ ਕਰ ਰਹਿੰਦਾ, ਗੱਲ ਨਹੀਂ ਆਉਂਦੀ ਜਦੋਂ। ਜਿਉਂ ਤੱਕ ਆਗੇ ਅਗ ਅਲਗਾਈ। ਜਿਵੇਂ ਤਤ ਗਿਆਨੀ ਦੇ ਅੱਗੇ ਅਗਿਆਨੀ ਚੁੱਪ ਕਰ ਰਹਿੰਦਾ ਹੈ। ਉੱਤਰ ਬਾਤ ਨਾ ਆਵਤ ਕਾਈ। ਉੱਤਰ ਵਾਲੀ ਗੱਲ ਤੇ ਕੋਈ ਆਈ ਨਹੀਂ ਮੂੰਹੋਂ। ਲੱਜਤ ਹੋਏ ਸੁਤਾ ਟਿਕ ਆਈ। ਜਿਵੇਂ ਸ਼ਰਮ ਜੀ ਆਈ ਹੈ ਤੇ ਬੇਸ਼ਰਮ ਜੇ ਹੋ ਕੇ ਤੇ ਆਪਣੀ ਧੀ ਮਾਤਾ ਸੁਲੱਖਣੀ ਜੀ ਦੇ ਕੋਲ ਆਈ ਹੈ। ਬੈਸ ਬਦਨ ਤੇ ਗਿਰਾ ਅਲਾਈ। ਬੈਠ ਕੇ ਕੋਲ ਤੇ ਮੁਖੋਂ ਆਪਣੀ ਧੀ ਸੁਲੱਖਣੀ ਜੀ ਨੇ ਕਿਹਾ ਹੈ ਦੋਹਰਾ ਸੁਨ ਤਨ ਜਾ ਹਉ ਜਾਏਗਾ। ਕਿ ਸੁਣ ਮੇਰੀ ਪੁੱਤਰੀ ਆ ਮੈਂ ਜਾ ਕੇ ਆਗੇ ਤੋਰ ਨਿਨਾਣਾ। ਵੀ ਤੇਰੀ ਨਨਾਣ ਭਾਵ ਨਾਨਕੀ ਜੀ ਦੇ ਅੱਗੇ ਮੈਂ ਜਾ ਕੇ ਉਪਾਲੰਬ ਬਹੁ ਬਿਦ ਕਹੇ। ਬਹੁਤ ਤਰ੍ਹਾਂ ਦੇ ਧੀਏ ਮੈਂ ਉਲਾਂਬੇ ਦੇ ਬਚਨ ਕਹੇ ਐ। ਤੋ ਕੋ ਦੁਖੀ ਪਰਨਾਮਾ ਕੋ ਦੁਖੀ ਪਰਮਾਨਾ। ਵੀ ਤੈਨੂੰ ਮੈਂ ਦੁਖੀ ਜਾਣ ਕੇ ਸਮਝ ਕੇ ਧੀਏ ਮੈਂ ਤੇ ਕੋਈ ਨਹੀਂ ਕਸਰ ਛੱਡੀ, ਬੜੇ ਲਾਂਬੇ ਦੇ ਬਚਨ ਕਹੇ ਹੈ। ਚੌਪਈ ਸਾਚੋ ਉੱਤਰ ਤਿਸਨਾ ਦੀਨੋ। ਪਰ ਉਹ ਅੱਗੋਂ ਤੇਰੀ ਨਨਾਣ ਨੇ ਤੇ ਬੜੀਆਂ ਖਰੀਆਂ ਖਰੀਆਂ ਸੁਣਾਈਆਂ
ਸੱਚੇ ਸੱਚੇ ਉੱਤਰ ਮੈਨੂੰ ਦਿੱਤੇ ਅੱਗੋਂ। ਮੁਝ ਬੋਲਣ ਤੇ ਤੂਸ਼ਨ ਕੀਨੋ, ਮੈਨੂੰ ਤੇ ਉਹਨੇ ਬੋਲਣ ਨਹੀਂ ਦਿੱਤਾ, ਚੁੱਪੀ ਕਰਾ ਦਿੱਤਾ ਹੈ। ਪੁੱਤਰ ਔਰ ਮੈਂ ਫੁਰਿਓ ਨਾ ਕੋ, ਪਤਾ ਨਹੀਂ ਕੀ ਹੋ ਗਿਆ, ਇੱਥੋਂ ਮੈਂ ਬੜੀ ਗੁੱਸੇ 'ਚ ਗਈ ਸਾਂ, ਉੱਥੇ ਜਾ ਕੇ ਤੇ ਮੈਨੂੰ ਕੋਈ ਉੱਤਰ ਨਹੀਂ ਫੁਰਿਆ ਵੀ ਕੋਈ ਜਵਾਬ ਦੇ ਦੇਵਾਂ। ਹੀਨ ਪਦਾਰਥ ਭਖ ਹੋ ਸੋ, ਉਹ ਸਗੋਂ ਅੱਗੋਂ ਕਹਿੰਦੀ ਹੈ ਤੇਰੀ ਨਨਾਣ ਸੁਲੱਖਣੀ ਕਿ ਦੱਸ ਮਾਸੀ ਵੀ ਤੇਰੀ ਜਿਹੜੀ ਲੜਕੀ ਹੈ ਪੁੱਤਰੀ, ਉਹ ਕਿਸ ਪਦਾਰਥ ਤੋਂ ਹੀਣੀ ਹੈ, ਕਿਹੜੀ ਚੀਜ਼ ਨਹੀਂ ਹੈ ਘਰ ਉਹਦੇ ਵਿੱਚ, ਜੇ ਨਹੀਂ ਹੈ ਤੇ ਉਹ ਕਹੋ ਮੈਨੂੰ। ਸੁਣੀ ਸੁਲੱਖਣੀ ਅਸਬਿਦ ਬਾਣੀ, ਮਾਤਾ ਸੁਲੱਖਣੀ ਜੀ ਨੇ ਜਦੋਂ ਇਸ ਤਰ੍ਹਾਂ ਦੀ ਬਾਣੀ ਸੁਣੀ ਹੈ, ਕਹਿਣ ਲੱਗੀ ਹੇ ਮਾਤ ਸਿਆਣੀ, ਕਹਿਣ ਲੱਗੇ ਮਾਤਾ ਜੀ ਕਿ ਹੇ ਮੇਰੀ ਮਾਂ ਚੰਦੋ ਰਾਣੀ ਤੂੰ ਤੇ ਸਿਆਣੀ ਹੈ। ਅਸਨ ਬਸਨ ਭੂਖਨ ਭਰ ਜੇਤੇ, ਠੀਕ ਆ ਵੀ ਸਾਰੇ ਜਿਹੜੇ ਆ ਖਾਣ ਵਾਸਤੇ ਭੋਜਨ, ਪਹਿਨਣ ਵਾਸਤੇ ਕੱਪੜੇ, ਸੋਹਣੇ ਜਿਹੜੇ ਸ੍ਰੇਸ਼ਟ ਗਹਿਣੇ ਹਨ ਜਿੰਨੇ ਵੀ, ਸਰਬ ਪ੍ਰਕਾਰ ਦਏ ਮੁਝ ਤੇਤੇ, ਮੇਰੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਸਭ ਤਰ੍ਹਾਂ ਨਾਲ ਮੈਨੂੰ ਸਾਰੇ ਦੇ ਸਾਰੇ ਦਿੱਤੇ ਹੋਏ ਹੈ। ਅਵਰ ਵਸਤ ਕੀ ਕਮੀ ਨਾ ਮੋਕੋ, ਤੇ ਮੈਨੂੰ ਸਭ ਕੁਝ ਦਿੱਤਾ ਹੋਇਆ ਹੈ, ਹੋਰ ਵਸਤੂ ਦੀ ਮੈਨੂੰ ਕਮੀ ਨਹੀਂ ਹੈ ਕੋਈ। ਹਿਰਦੇ ਜੋ ਦੁਖ ਸੋ ਭਾਖਤ ਤੋ ਕੋ, ਮੇਰੇ ਹਿਰਦੇ ਵਿੱਚ ਜੋ ਦੁੱਖ ਹੈ ਨਾ ਅੰਦਰਲਾ, ਮਾਂ ਜੀ ਮੈਂ ਤੁਹਾਨੂੰ ਕਹਿੰਦੀ ਹਾਂ, ਕਬਹਿ ਪ੍ਰੀਤ ਕਰ ਆਏ ਨਾ ਸਦਨਾ, ਉਹ ਦੁੱਖ ਕੀ ਹੈ ਕਿ ਕਦੇ ਵੀ ਪ੍ਰੇਮ ਕਰਕੇ ਘਰ ਵਿੱਚ ਮੇਰੇ ਮਾਲਕ ਨਹੀਂ ਆਏ ਕਿ ਮੈਂ ਪ੍ਰੇਮ ਨਾਲ ਜਾਵਾਂ ਕੋਈ ਗੱਲਬਾਤ ਕਰਾਂ, ਕਦੇ ਪ੍ਰੇਮ ਨਾਲ ਘਰ ਨਹੀਂ ਆਏ। ਮੁਝ ਸੋ ਬੋਲਿਓ ਬਹਿਸ ਨਾ ਬਦਨਾ, ਤੇ ਮੇਰੇ ਨਾਲ ਕਦੇ ਹੱਸ ਕੇ ਵੀ ਨਹੀਂ ਬੋਲੇ ਮੁਖ ਤੋਂ। ਹਿਰਦੇ ਮਨੋਰਥ ਕਿਸ ਟਿਕ ਭਾਖੋਂ, ਮਾਂ ਤੂੰ ਹੀ ਮੈਨੂੰ ਦੱਸ ਮੇਰੇ ਹਿਰਦੇ ਵਿੱਚ ਜਿਹੜਾ ਦੁੱਖ ਹੈ, ਮੇਰੇ ਹਿਰਦੇ ਦਾ ਜਿਹੜਾ ਫੁਰਨਾ ਖਿਆਲ ਹੈ, ਮੈਂ ਉਹ ਕਿਸ ਦੇ ਕੋਲ ਆਖਾਂ। ਜਿਸ ਸੋ ਕਹਿ ਆਪਣੇ ਦੁੱਖ ਨਾਖੋਂ, ਕਿ ਮੈਂ ਕਿਸ ਨੂੰ ਆਪਣੇ ਦਿਲ ਦੀ ਗੱਲ ਕਹਾਂ ਕਿ ਜਿਸ ਨੂੰ ਕਹਿ ਕਰਕੇ ਆਪਣਾ ਜਿਹੜਾ ਮੈਂ ਦੁੱਖ ਹੈ ਉਹ ਸਾਰਾ ਹੀ ਨਾਸ ਕਰ ਲਵਾਂ, ਖਤਮ ਕਰ ਲਵਾਂ। ਨਿਤ ਪ੍ਰਤ ਚਿੰਤਾ ਮਾਹੇ ਬਿਤਾਉ, ਮੈਂ ਤੇ ਹਮੇਸ਼ਾ ਮੇਰੀ ਮਾਂ ਰਾਤ ਦਿਨ ਚਿੰਤਾ ਵਿੱਚ ਹੀ ਲਗਾਉਂਦੀ ਹਾਂ। ਨਿਜ ਬੇਦਨ ਜੀਰਾ ਤਪਤਾਉ, ਆਪਣੇ ਜਿਹੜੇ ਦਿਲ ਦੀ ਪੀੜ ਹੈ ਤੇ ਉਹ ਦਿਲ ਦੀ ਪੀੜ ਨਾਲ ਹੀ ਮੇਰਾ ਹਿਰਦਾ ਜਿਹੜਾ ਤਪਦਾ ਸੜਦਾ ਮੱਚਦਾ ਰਹਿੰਦਾ ਅੰਦਰ ਹੀ ਅੰਦਰ। ਦੋਹਰਾ ਸੁਨਤ ਸੁਤਾ ਬਚ ਮਰਨ ਮਰਮ ਕੇ, ਜਦੋਂ ਮਾਤਾ ਸੁਲੱਖਣੀ ਜੀ ਨੇ ਇਹੋ ਜਿਹੀਆਂ ਗੱਲਾਂ ਕਹੀਆਂ ਹੈ, ਮਾਤਾ ਚੰਦੋ ਰਾਣੀ ਜੀ ਸੁਣ ਕੇ ਪੁੱਤਰੀ ਦੇ ਬਚਨ ਭੇਦ ਦੇ ਗਈ ਨਾਨਕੀ ਪਾਸ, ਮਾਤਾ ਚੰਦੋ ਰਾਣੀ ਜੀ ਫਿਰ ਭੈਣ ਨਾਨਕੀ ਦੇ ਪਾਸ ਚਲੀ ਗਈ ਹੈ। ਸਰਬ ਬ੍ਰਿਥਾ ਵਰਣਨ ਕਰੀ, ਸਾਰੀ ਜਿਹੜੀ ਪੀੜਾ ਹੈ ਬਿਰਥਾ ਹੈ ਉਹ ਚੰਗੀ ਤਰ੍ਹਾਂ ਵਰਣਨ ਕੀਤੀ ਹੈ। ਨੀਕੀ ਰੀਤ ਪ੍ਰਕਾਸ਼, ਬੜੀ ਚੰਗੀ ਤਰ੍ਹਾਂ ਦੇ ਨਾਲ ਪ੍ਰਗਟ ਕਰਕੇ। ਚੌਪਈ ਕਹਿ ਨਾਨਕੀ ਮਾਸੀ ਸੁਣੀਏ, ਤੇ ਜਦੋਂ ਜਾ ਕੇ ਗੱਲ ਕਹੀ ਹੈ ਸਾਰੀ, ਭੈਣ ਨਾਨਕੀ ਜੀ ਕਹਿਣ ਲੱਗੇ ਕਿ ਮਾਸੀ ਜੀ ਆ ਸੁਣੀਏ। ਤਿਹ ਸੁਭਾਏ ਨਿਸ਼ਠੁਰ ਬਹੁਜਨੀਏ, ਜਿਹੜੀ ਤੇਰੀ ਸੁਪੁੱਤਰੀ ਹੈ ਨਾ ਸੁਲੱਖਣੀ, ਉਹਦਾ ਜਿਹੜਾ ਸੁਭਾਅ ਹੈ ਉਹ ਤੇ ਬਹੁਤ ਹੀ ਸਖਤ ਜਿਹਾ ਜਾਣ ਲਈਏ। ਕਰੋ ਅਵਾਹਨ ਹੋ ਕਿਹ ਕਾਲਾ, ਜਦੋਂ ਕਿਤੇ ਮੇਰਾ ਜੀ ਕਰ ਆਵੇ ਵੀ ਮੈਂ ਆਪਣੀ ਭਰਜਾਈ ਨੂੰ ਮਿਲਣਾ ਹੈ, ਕੋਈ ਗੱਲਬਾਤ ਕਰਾਂ, ਕਿਸੇ ਸਮੇਂ ਜੇ ਕਿਤੇ ਮੈਂ ਸਦਾਉਣਾ ਕਰਦੀ ਹਾਂ ਸੱਦਦੀ ਹਾਂ ਕੋਲ। ਨਹ ਆਵਹਿ ਤਿਹ ਯਾ ਬਿਦ ਚਾਲਾ, ਉਸ ਤੇਰੀ ਸੁਪੁੱਤਰੀ ਦੀ ਇਹੋ ਜੀ ਚਾਲ ਹੈ ਕਿ ਮੈਂ ਸਦਾ ਘੱਲਦੀ ਹਾਂ ਵੀ ਆਵੇ ਮੇਰੇ ਕੋਲ, ਉਹ ਨਹੀਂ ਆਉਂਦੇ। ਜੇ ਆਵਹਿ ਨਿਜ ਸਹਜ ਸੁਭਾਈ, ਅੱਜ ਜੇ ਕਿਤੇ ਆਏ ਜਾਂਦੇ ਸੁੱਤੇ ਸਿੱਧ, ਮਨਹ ਕ੍ਰੋਧ ਸੋ ਕਰਤ ਲੜਾਈ, ਮਨ ਆਉਣਾ ਕਾਦਾ ਹੈ,
ਉਹਦੇ ਗੁੱਸੇ ਨਾਲ ਸਗੋਂ ਲੜਾਈ ਆ ਕੇ ਕਰਦੇ ਐ। ਮੇਰੇ ਮਨ 'ਚ ਚਾਅ ਹੁੰਦਾ ਵੀ ਮੇਰੀ ਭਰਜਾਈ ਘਰ ਆਈ ਹੈ, ਤੇ ਉਹਨਾਂ ਦਾ ਆਉਣਾ ਤੇ ਇਹੋ ਜਿਹਾ ਜਿਵੇਂ ਮਾਨੋ ਕਿ ਲੜਾਈ ਕਰ ਰਹੇ ਹਨ ਆ ਕੇ। ਹਾਂ ਔਰ ਲੱਖ ਕਰ ਲਗ ਭਰ ਜਾਈ। ਤੇ ਮੈਂ ਇੱਧਰੋਂ ਆਪਣੇ ਹਿਰਦੇ ਵਿੱਚ ਵੀ ਮੇਰੀ ਛੋਟੀ ਭਰਜਾਈ ਹੈ ਇਵੇਂ ਜਾਣ ਕਰਕੇ ਕਰੋ ਤੂਸ਼ਣੀ ਸਮਾਂ ਬਿਤਾਈ। ਆਪਣਾ ਸਮਾਂ ਲਗਾਉਂਦੀਆਂ ਚੋਪੀ ਕਰ ਰਹਿੰਦੀਆਂ ਵੀ ਚਲੋ ਕੋਈ ਨਹੀਂ, ਛੋਟੀ ਹੈ, ਸਮਾਂ ਆਊਗਾ ਸਮਝ ਜਾਵੇਗੀ ਵੱਡੀ ਹੋ ਕੇ। ਸ਼ੁਭ ਖੱਤਰੀ ਕੀ ਤਨੀਆ ਕਰਕੇ। ਤੇ ਉਂਝ ਵੀ ਚੰਗੇ ਖਾਨਦਾਨ ਵਿੱਚੋਂ ਹੈ, ਪਟਵਾਰੀ ਹੈ ਪਿਤਾ ਜੀ, ਇੱਕੋ ਇੱਕ ਧੀ ਹੈ, ਚੰਗੇ ਖੱਤਰੀ ਦੀਆਂ ਬੇਟੀ ਵੀ ਜਾਣ ਕਰਕੇ ਕੱਛ ਨਾ ਬਦਨ ਤੇ ਕਹਾਂ ਵਿਚਰ ਕੇ। ਉਹ ਇਹੋ ਵੀ ਤਰ੍ਹਾਂ ਵਿਚਾਰ ਕੇ ਮੈਂ ਕੁਝ ਨਹੀਂ ਮੁੱਖੋਂ ਕਹਿੰਦੀ, ਇਹੀ ਸਮਝਦੇ ਹਾਂ ਵੀ ਚਲੋ ਇੱਕ ਦਿਨ ਸਿਆਣੇ ਹੋ ਜਾਣਗੇ। ਕਲਪਾ ਕਹਿ ਸਾਦਰ ਬੈਸਾਉ। ਮੈਂ ਤੇ ਸਗੋਂ ਕੁਝ ਨਹੀਂ ਕਦੀ ਵੀ ਕਿਹਾ, ਘਰ ਆਵੇ ਸਗੋਂ ਢੰਗ ਤਰੀਕੇ ਨਾਲ, ਜੁਗਤੀ ਨਾਲ, ਪ੍ਰੇਮ ਨਾਲ, ਬੜੇ ਸੋਹਣੇ ਆਸਨ ਤੇ ਬੜੇ ਸਤਿਕਾਰ ਨਾਲ ਬਿਠਾਉਂਦੀ ਹਾਂ ਕਹਿ ਕੇ। ਹਰਖਤ ਰਹਿ ਦੇਖ ਸੁਖ ਪਾਉ। ਵੀ ਚਲੋ ਮੇਰੀ ਭਰਜਾਈ ਖੁਸ਼ ਰਹੇ, ਵੀ ਦੇਖ ਦੇਖ ਮੈਂ ਵੀ ਸੁਖ ਪਾਵਾਂ। ਦੋਹਰਾ ਸੁਨ ਚੰਦੋ ਰਾਣੀ ਕਹਿਓ। ਸੁਣ ਕੇ ਮਹਾਰਾਜ ਜੀ ਜੋ ਸੱਸ ਹੈ ਚੰਦੋ ਰਾਣੀ ਜੀ, ਤਦੋਂ ਕਿਹਾ ਉਹਨਾਂ ਪਤ ਜੇ ਪਨ ਹੈ ਸ਼ੁਭ ਬੈਨ। ਵੀ ਨਾਨਕੀ ਜੀ ਵੀ ਤੂੰ ਹੀ ਮੇਰੀ ਧੀਆਂ ਸਮਾਨ ਸਿਆਣੀ ਹੈ, ਤੇ ਜਦੋਂ ਆ ਪਤੀ ਭਲਾ ਵੀ ਚੰਗੇ ਬਚਨ ਕਹੇ, ਆ ਕੇ ਆਪਣੀ ਸੁਪਤਨੀ ਨਾਲ ਮਿਲੇ ਜਿਲੇ ਗੱਲਬਾਤ ਕਰੇ, ਤੇ ਜਿਨ੍ਹਾਂ ਦੇ ਆ ਪਤੀ ਘਰ ਵਿੱਚ ਆਉਂਦੇ ਆ ਚੰਗੇ ਬਚਨ ਕਹਿੰਦੇ ਹਨ। ਹੀਨ ਬਸਨ ਭੂਖਨ ਤੀਆ। ਉਹ ਫਿਰ ਇਸਤਰੀ ਆ ਕੱਪੜੇ ਤੋਂ ਬਿਨਾ ਵੀ ਹੋਵੇ, ਭਾਵੇਂ ਘਰ ਵਿੱਚ ਖਾਣ ਨੂੰ ਨਾ ਹੋਵੇ, ਗਹਿਣਿਆਂ ਤੋਂ ਬਿਨਾ ਹੋਵੇ, ਤਦਪ ਸੁਖ ਦਿਨ ਰਹਿਣਾ। ਉਹ ਫਿਰ ਵੀ ਜਿਹੜੀ ਐਸੀ ਇਸਤਰੀ ਰਾਤ ਦਿਨ ਸੁਖ ਦੀ ਕੱਟਦੀ ਹੈ, ਜਿਹਦੇ ਪਤੀ ਦੀ ਸੁਲਾਹ ਹੈ ਉਹਦੇ ਪਤੀ ਨਾਲ, ਤੇ ਉਸ ਨੂੰ ਭਾਵੇਂ ਭੁੱਖੀ ਰਵੇ, ਕੱਪੜੇ ਤੋਂ ਬਿਨਾ ਰਹੇ, ਕਿਸ ਤਰ੍ਹਾਂ ਵੀ ਰਵੇ, ਨਾਨਕੀ ਜੀ ਉਹਦੇ ਰਾਤ ਦਿਨ ਸੁਖ ਦੀ ਨੀਂਦ ਸੌਂਦੀ ਹੈ, ਕੱਟਦੀ ਹੈ। ਸੋਰਠਾ ਨਹਨ ਬਦਨ ਸਨਮਾਨ। ਹਾਂ ਜੇ ਕਿਤੇ ਵੀ ਚੀਜ਼ਾਂ ਬਹੁਤ ਹੋਣ, ਪਰ ਮੁੱਖੋਂ ਜਿਹੜਾ ਸਨਮਾਨ ਆਦਰ ਦੇ ਬਚਣੀ ਨਾ ਕਵੇ ਕੋਈ। ਅਵਰ ਪਦਾਰਥ ਹੋਏ ਸਭ। ਵੀ ਆ ਸਨਮਾਨ ਨਾਲ ਮੁੱਖੋਂ ਕੁਝ ਕਹੇ ਹੀ ਨਾ, ਤੇ ਹੋਰ ਜਿਹੜੀਆਂ ਚੀਜ਼ਾਂ ਪਦਾਰਥ ਘਰ ਵਿੱਚ ਭਰੀਆਂ ਪਈਆਂ ਹੋਣ ਸਾਰੀਆਂ। ਜਲ ਬਿਨ ਜਿਉ ਕੰਨ ਜਾਨ। ਉਹਦੇ ਨਾਨਕੀ ਤੂੰ ਇਵੇਂ ਜਾਣ ਲੈ ਵੀ ਜਿਵੇਂ ਜਲ ਤੋਂ ਬਿਨਾ ਬੱਦਲ ਹੁੰਦੇ ਐ। ਉਹ ਬੱਦਲ ਦੱਸੋ ਕਿਹੜੇ ਕੰਮ ਹੈ ਜਿਨ੍ਹਾਂ ਵਿੱਚ ਪਾਣੀ ਨਹੀਂ ਹੈ। ਬਾਦ ਹੋਣ ਤਿਨ ਕੋ ਤਥਾ। ਉਹਨਾਂ ਬੱਦਲਾਂ ਦਾ ਹੋਣਾ ਤੇ ਤੈਸੇ ਹੈ, ਵਿਅਰਥੀ ਹੈ, ਵਿਅਰਥ ਹੋਣਾ ਹੀ ਹੈ। ਵੀ ਇੱਧਰੋਂ ਆਉਣੇ ਤੇ ਛਾਂ ਜੀ ਕਰਕੇ ਲੰਘ ਜਾਣ, ਵਰਨੀ ਨਾ। ਉਹ ਕਿਸ ਕੰਮ ਚਿੱਟੇ ਬੱਦਲ, ਬੱਦਲ ਤੇ ਉਹ ਕੰਮ ਦੇ ਹੈ ਜਿਹੜੇ ਪਾਣੀ ਭਰਾਉਣ, ਵਰਖਾ ਕਰਨ। ਇਸੇ ਤਰ੍ਹਾਂ ਹੀ ਭਾਵੇਂ ਪਦਾਰਥ ਘਰ ਵਿੱਚ ਬਹੁਤ ਹੋਣ, ਪਰ ਜੇ ਪਤੀ ਸਨਮਾਨ ਨਾਲ ਕੂੰਦਾ ਨਹੀਂ ਹੈ, ਬੋਲਦਾ ਨਹੀਂ ਹੈ, ਤੇ ਉਹ ਨਾਨਕੀ ਸਾਰੇ ਪਦਾਰਥ ਬੱਦਲਾਂ ਜਿਹੜੇ ਪਾਣੀ, ਉਹਨਾਂ ਪਾਣੀ ਤੋਂ ਬਿਨਾ ਬੱਦਲ ਉਹਨਾਂ ਵਾਂਗ ਹੀ ਜਾਣ ਲੈ। ਚੌਪਈ ਕਬ ਨਾ ਸਦਨ ਮਹਿ ਬਦਨ ਦਿਖਾਵਹਿ। ਆ ਮੇਰੀ ਧੀ ਨੇ ਦੱਸਿਆ ਵੀ ਕਦੇ ਵੀ ਉਹ ਘਰ ਵਿੱਚ ਆ ਕੇ ਮੁਖ ਨਹੀਂ ਦਿਖਾਉਂਦੇ। ਨਿਸਬਾਸੁਰ ਸਭ ਬਹਿਰ ਬਿਤਾਵਹਿ। ਰਾਤ ਦਿਨ ਸਗੋਂ ਆ ਹੱਟ ਦੇ ਵਿੱਚ ਬਾਹਰ ਹੀ ਲੰਘਾ ਬਿਤਾ ਦਿੰਦੇ ਹਨ। ਨਹਿ ਬੋਲਤ ਤਿਹ ਸੋ ਕਬ ਪਾਈ। ਵੀ ਜੇ ਕਿਤੇ ਆਏ ਜਾਣ, ਕਦੀ ਵੀ ਆ ਕੇ ਉਹਨਾਂ ਮੇਰੀ ਧੀ ਨਾਲ ਪ੍ਰੇਮ ਨਾਲ ਬੋਲਦੇ ਨਹੀਂ ਹੈ। ਮਨ ਸਮਝੋ ਆਪਣੇ ਪਰਖਾਈ। ਨਾਨਕੀ ਤੂੰ ਆਪਣੇ ਤੇ ਘਟਾ ਕੇ ਮਨ ਵਿੱਚ ਸਮਝ ਜਾਣ ਵੀ ਜੇ ਹੁਣ ਤੇਰੇ ਪਤੀ ਜੈ ਰਾਮ
ਵੀ ਇੱਕ ਇੱਕ ਦੋ ਦੋ ਮਹੀਨਾ ਘਰ ਨਾ ਆਉਣ, ਜੇ ਆਉਣ ਤੇ ਅੱਗੋਂ ਬੁਲਾਉਣੀ ਨਾ ਤੈਨੂੰ। ਸੁਨ ਪੁਨ ਭਨਤ ਨਾਨਕੀ ਬਾਣੀ। ਭੈਣ ਨਾਨਕੀ ਜੀ ਇਵੇਂ ਮਾਸੀ ਚੰਦੋ ਰਾਣੀ ਜੀ ਦੀ ਇਹੋ ਜਿਹੀ ਬਾਣੀ ਸੁਣ ਕੇ ਪੁਨਾ ਮ੍ਰਿਦਲ ਮధుਰ ਗੁਣ ਗਨ ਜਨ ਖਾਨੀ। ਭੈਣ ਨਾਨਕੀ ਜੀ ਨੇ ਬਚਨ ਕਹੇ ਆ, ਜਿਨ੍ਹਾਂ ਦਾ ਬੜਾ ਕੋਮਲ ਤੇ ਮਿੱਠਾ ਸੁਭਾਅ, ਪਿਆਰਾ ਸਮੂਹ ਗੁਣਾਂ ਦੇ ਮਨੋ ਖਾਣੀ ਹੈ ਖਜ਼ਾਨਾ। ਏ ਮਾਸੀ ਤੂੰ ਸਭ ਵਿਦ ਸਾਚੀ। ਇਹ ਮਾਸੀ ਚੰਦੋ ਰਾਣੀ ਠੀਕ ਹੈ, ਤੂੰ ਸਭ ਤਰ੍ਹਾਂ ਨਾਲ ਸੱਚੀ ਹੈ। ਤਬ ਤਨੀਆ ਕੀ ਸਾਚ ਬਾਚੀ। ਬਾਕੀ ਜੋ ਤੁਹਾਡੀ ਸੁਪੁੱਤਰੀ ਹੈ ਸੁਲੱਖਣੀ, ਉਹਨੇ ਵੀ ਸਾਰੀ ਗੱਲ ਸੱਚੀ ਸੱਚ ਕਹੀ ਹੈ। ਤਦਪ ਅਸ ਪ੍ਰਕਾਰ ਸਮਝਾਈਐ। ਫਿਰ ਵੀ ਮੈਂ ਕਹਿਣਾ ਹਾਂ ਕਿ ਤੁਹਾਡੀ ਸੁਪੁੱਤਰੀ ਹੈ, ਤੁਹਾਨੂੰ ਪਿਆਰੀ ਹੈ, ਤੇ ਉਸ ਨੂੰ ਇਸ ਪ੍ਰਕਾਰ ਹੀ ਸਮਝਾਓ ਬੁਝਾਓ। ਹੋਏ ਦੀਨ ਮਨ ਸੇਵ ਕਮਾਈਐ। ਇਸੇ ਤਰ੍ਹਾਂ ਸਮਝਾਓ ਕਿ ਪੁੱਤਰੀ ਤੂੰ ਦੀਨ ਗਰੀਬਣੀ ਹੋ ਕੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਮਾ, ਸੇਵਾ ਕਰਿਆ ਕਰ। ਪੁਰਖੋਤਮ ਹੋਵੈ ਸੇਵ ਅਧੀਨਾ। ਕਿਉਂਕਿ ਸਿਆਣੇ ਕਹਿੰਦੇ ਜਿਹੜੇ ਪੁਰਖੋਤਮ ਹੁੰਦੇ ਆ ਉਹ ਸੇਵਾ ਦੇ ਅਧੀਨ ਹੈ, ਉਹ ਸੇਵਾ ਜਿਹੜੇ ਕਰਦੇ ਉਹਨਾਂ ਦੇ ਵੱਸ ਹੋ ਜਾਂਦੇ ਹੈ। ਜੋ ਭਾਖਤ ਹੈ ਗੁਣੀ ਪਰਬੀਨਾ। ਜੋ ਗੁਣਾਂ ਵਿੱਚ ਬੜੇ ਸਿਆਣੇ ਉਸੇ ਤਰ੍ਹਾਂ ਹੀ ਕਹਿੰਦੇ ਹੈ ਵੀ ਜਿਹੜੇ ਮਹਾਨ ਕਮਾਈ ਵਾਲੀਆਂ ਰੂਹਾਂ ਹੁੰਦੀਆਂ ਉਹਨਾਂ ਦੀ ਜੇ ਕੋਈ ਸੇਵਾ ਕਰੇ ਤਾਂ ਉਹਨਾਂ ਨੂੰ ਰਝਾ ਲਈਦਾ ਹੈ। ਉੱਦਾਂ ਨਹੀਂ ਰਝਾ ਸਕੀਦਾ ਸ਼ਗਲਾਂ ਨਾਲ, ਸਹੂਲਤਾਂ ਨਾਲ, ਪੈਸੇ ਧੇਲੇ ਨਾਲ, ਕੱਪੜੇ ਦੱਠੇ ਦਿੱਤੇ ਨਾਲ। ਉਹਨਾਂ ਦੀ ਜੇ ਸੇਵਾ ਕਮਾਈ ਜਾਵੇ, ਉਹਨਾਂ ਦੇ ਕੋਲ ਰਹਿ ਕੇ, ਆਗਿਆ ਵਿੱਚ ਰਹਿ ਕੇ, ਤਾਂ ਉਹ ਅਧੀਨ ਹੋ ਜਾਂਦੇ ਸੇਵਾ ਦੇ। ਸੇਵਾ ਕਰਕੇ ਉਹ ਪ੍ਰੇਮ ਕਰਦੇ ਫਿਰ ਉਸ ਮਨੁੱਖ ਨੂੰ। ਤੇ ਇਸੇ ਤਰ੍ਹਾਂ ਮੈਂ ਕਹਿੰਦੀ ਹਾਂ ਕਿ ਆਪਣੇ ਪਤੀ ਦੀ ਸੇਵਾ ਕਰਨ ਤੇ ਭਲਾ ਮੰਨਣ। ਜੋ ਕਹਿੰਦੇ ਹੈ ਜੋ ਕਿਛ ਕਰੇ ਸੋ ਭਲਾ ਕਰ ਮਾਨੀਐ, ਹਿਕਮਤ ਹੁਕਮ ਚੁਕਾਈਐ, ਜਾ ਕੇ ਪ੍ਰੇਮ ਪਦਾਰਥ ਪਾਈਐ, ਤੋ ਚਰਨੀ ਚਿਤ ਲਾਈਐ, ਸੋ ਕਹਿ ਸੋ ਕੀਜੈ, ਤਨ ਮਨ ਦੀਜੈ, ਐਸਾ ਪਰਮਲ ਲਾਈਐ, ਏਵ ਕਹਿ ਸੁਹਾਗਣੀ ਭੈਣੇ, ਇਨੀ ਬਾਤੀ ਸੋ ਪਾਈਐ। ਉਹ ਸੁਹਾਗਵੰਤੀਆਂ ਰੂਹਾਂ ਕਹਿੰਦੀਆਂ ਭੈਣਾਂ ਇਹਨਾਂ ਨਾਲ ਇਹ ਗੱਲਾਂ ਨਾਲ ਤੂੰ ਪਾ ਸਕਦੀ ਹੈ ਆਪਣੇ ਪਤੀ ਨੂੰ। ਜੋ ਕੁਛ ਕਰੇ ਸੋ ਭਲਾ ਕਰ ਮਾਨੀਐ। ਜੋ ਕੁਝ ਕਰਦੇ ਪਤੀ ਉਹਨੂੰ ਭਲਾ ਕਰਕੇ ਮੰਨਦਾ ਹੈ। ਤੇ ਜੇ ਤੂੰ ਭਲਾ ਕਰਕੇ ਮੰਨੇਗੀ ਤੇ ਹਿਕਮਤ ਹੁਕਮ ਚੁਕਾਈ ਹੈ, ਹਿਕਮਤ ਹੁਜਤ ਚੁਕਾਈ ਹੈ। ਜਿਹੜੀ ਹਿਕਮਤ ਹੁਜਤ ਬਾਜੀ ਹੈ, ਅੱਗੋਂ ਬੋਲਣਾ ਵਾਧੂ ਦੇ ਉਡਾ ਡਾਉਣੇ, ਇਹਨੂੰ ਤੂੰ ਚੁਕਾ ਦੇ, ਇਹਨੂੰ ਛੱਡ ਦੇ, ਫਿਰ ਤੂੰ ਪਾ ਲਏਂਗੀ ਆਪਣੇ ਪਤੀ ਨੂੰ। ਉਹਦਾ ਮਨ ਜਿਹੜਾ ਦਰਵ ਜਾਊਗਾ, ਢਲ ਜਾਊਗਾ ਮਨ ਤੇਰੇ 'ਤੇ। ਉਹ ਗੁਰਬਾਣੀ ਦੇ ਬਚਨ ਹੀ ਹੈ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਹਜ਼ਾਰੇ ਬਾਣੀ ਵਿੱਚ। ਇਸੇ ਤਰ੍ਹਾਂ ਉਸੇ ਆਸੇ ਅਨੁਸਾਰ ਮਾਤਾ ਭੈਣ ਨਾਨਕੀ ਜੀ ਇਹ ਗੱਲ ਕਹਿ ਰਹੇ ਹੈ ਕਿ ਮਾਤਾ ਸੁਲੱਖਣੀ ਜੀ ਨੂੰ ਚਾਹੀਦਾ ਹੈ ਕਿ ਉਹ ਤੇ ਸੇਵਾ ਹੀ ਕਮਾਵੇ ਮਹਾਰਾਜ ਜੀ ਦੀ। ਵੈ ਪ੍ਰਸੰਨ ਦੀਨਨ ਪਰ ਦਿਆਲਾ। ਕਿਉਂਕਿ ਜਿਹੜੇ ਉਸ ਦਿਆਲੂ ਹੁੰਦੇ ਨਾ ਰੱਬ ਦੇ ਪਿਆਰੇ, ਉਹ ਗਰੀਬਾਂ ਦੇ ਉੱਪਰ ਦਿਆਲਤਾ ਕਰਦੇ ਹੈ, ਸੇਵਾ ਵੇਖ ਕੇ ਪ੍ਰਸੰਨ ਆਨੰਦ ਹੋ ਜਾਂਦੇ ਹੈ। ਕਬ ਨਾ ਮਿਟਾਵਹਿ ਬਿਰਥੀ ਘਾਲਾ। ਉਹਨਾਂ ਦਾ ਸੁਭਾਅ ਇਹ ਹੁੰਦਾ ਵੀ ਜਿਹੜੀ ਕਿਸੇ ਦੀ ਕੀਤੀ ਹੋਈ ਘਾਲ ਕਮਾਈ ਸੇਵਾ ਉਹ ਕਦੀ ਬਿਰਥੀ ਨਹੀਂ ਜਾਣ ਦਿੰਦੇ, ਕਦੀ ਨਹੀਂ ਮਿਟਾਉਂਦੇ ਕੀਤੀ ਹੋਈ ਸੇਵਾ। ਹਾਥ ਬੰਦ ਹੋ ਪੀ ਤਿਹ ਕਹਿ। ਬਾਕੀ ਮਾਸੀ ਜੀ ਤੁਸੀਂ ਫਿਕਰ ਨਾ ਕਰੋ, ਹੱਥ ਜੋੜ ਕੇ ਮੈਂ ਵੀ ਆਪਣੇ ਭਰਾ ਨੂੰ ਕਹਾਂਗੀ। ਔਰ ਮੈਂ ਡਰਤ ਸਦਾ ਹੀ ਰਹਿ। ਬਾਕੀ ਮੈਂ ਆਪਣੇ ਭਰਾ ਗੁਰੂ ਨਾਨਕ ਸਾਹਿਬ ਜੀ ਤੋਂ ਹਿਰਦੇ ਵਿੱਚ ਸਦਾ ਹੀ ਡਰਦੀ ਰਹਿੰਦੀ ਹਾਂ। ਦੋਹਰਾ ਤੁਮ ਜਾਣੋਗੇ ਪ੍ਰਾਤ ਕੋ। ਮਾਸੀ ਜੀ ਤੁਸੀਂ ਦੇ ਉਂਝ ਹੀ ਸੋਚਦੇ ਹੋਗੇ ਕਿ ਜਿਹੜਾ ਤੁਸੀਂ ਜਾਣੋਗੇ ਕਿ ਮੈਂ ਆਪਣੇ ਭਰਾ ਦੀ ਕਰਤ ਸੋ ਜਸ ਹਮ ਪਾਸ। ਇਹ ਜਿਹੜਾ ਜਸ ਕਰ ਰਹੀ ਹਾਂ ਤੁਹਾਡੇ ਪਾਸ, ਐਵੇਂ ਉਸਤਤੀ ਦੇ ਪੁਲ ਬਣ ਰਹੀ ਹਾਂ। ਹੋ ਨਾ ਲਖੋ ਸੋਦਰ ਤਿਸੈ। ਗੱਲ ਦੇ ਵਿਚਲੀ ਹੈ ਇਹ ਹੈ ਕਿ ਮੈਂ ਆਪਣੇ ਭਰਾ ਨੂੰ ਕਦੇ ਵੀ ਭਰਾ ਨਹੀਂ ਜਾਣਿਆ। ਪਰਮੇਸ਼ਰ ਸੰਕਾਸ।
ਉਹਨਾਂ ਨੂੰ ਤੇ ਮੈਂ ਹਮੇਸ਼ਾ ਪਰਮੇਸ਼ਰ ਦੇ ਸਦਰਸ਼ ਬਰਾਬਰ ਹੀ ਸਮਝਿਆ ਹੈ ਕਿ ਜੋ ਗੁਰੂ ਨਾਨਕ ਸਾਹਿਬ ਉਹ ਮੇਰੇ ਭਰਾ ਨਹੀਂ ਹੈ, ਉਹ ਤੇ ਪਰਮੇਸ਼ਰ ਹੈ। ਪਰਮੇਸ਼ਰ ਨੇ ਆਪ ਹੀ ਅਵਤਾਰ ਧਾਰਨ ਕੀਤਾ ਹੈ। ਚੌਪਈ ਨਿਸ਼ਚੈ ਸਤ ਜਾਨਹੁ ਮਨ ਮਾਸੀ। ਮਾਸੀ ਜੀ, ਮਨ ਵਿੱਚ ਭਰੋਸਾ ਕਰਕੇ ਸਾਚੀ ਜਾਣੋ। ਸਰਬ ਵਿਕਾਰ ਕੀਨ ਜਿਨ ਨਾਸ਼ੀ। ਆ ਜਿਨ੍ਹਾਂ ਸਤਿਗੁਰਾਂ ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਵਿਕਾਰ ਹੀ ਨਾਸ਼ ਕੀਤੇ ਹੋਏ ਐ। ਸੰਤ ਸਰੂਪ ਜੋ ਕਹਿ ਸਪੂਰਨ। ਉਹ ਸੰਤ ਸਰੂਪ ਹੈ, ਸ਼ਾਂਤ ਚਿੱਤ। ਉਹਨਾਂ ਦਾ ਜਿਹੜਾ ਮਨ ਹੈ ਉਹ ਵਿਕਾਰਾਂ ਵਿੱਚ ਨਹੀਂ ਪਿਆ ਹੋਇਆ ਹੈ। ਉਹਦੇ ਸਿਮਰਨ ਸਰੂਪ ਉਹ ਹੈ, ਸੰਤ ਸਰੂਪ ਹੈ, ਤਿਆਗੀ ਹੈ, ਸਮਦਰਸ਼ੀ ਹੈ। ਇਵੇਂ ਮਹਾਨ ਹਨ, ਨਿਮਰਤਾ ਵਾਲੇ ਹੈ, ਅਤੇ ਉਹਨਾਂ ਦਾ ਐਸਾ ਸੁਭਾਅ ਹੈ ਵੀ ਉਹ ਜੋ ਕਹਿੰਦੇ ਨਾ ਮੁੱਕੋ ਪੂਰਾ ਹੋ ਜਾਂਦਾ ਹੈ। ਰਹਿਤ ਡਰਤ ਹਮ ਲਖ ਔਰ ਪੂਰਨਾ। ਇਸੇ ਕਰਕੇ ਹਿਰਦੇ ਵਿੱਚ ਜਾਣ ਕੇ ਤੇ ਅਸੀਂ ਉਹਨਾਂ ਤੋਂ ਡਰਦੇ ਰਹਿੰਦੇ ਹਾਂ। ਇਸ ਵਿੱਚ ਤੇ ਕੋਈ ਝੂਠ ਨਹੀਂ ਹੈ। ਅਬ ਜਾਵੋ ਤੁਮ ਤੇ ਪਛਤਾਤਾ। ਬਾਕੀ ਹੁਣ ਤੁਸੀਂ ਭਾਵੇਂ ਚਲੇ ਜਾਓ ਆਪਣੇ ਨਗਰ, ਤੁਹਾਡੇ ਪਿੱਛੋਂ ਜਬ ਆਵਾਸ ਆਵਹਿ ਸ੍ਰੀ ਭਰਾਤਾ। ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਜਦੋਂ ਆ ਘਰ ਵਿੱਚ ਆਉਣਗੇ, ਕਰਵਾਵਾਂਗੀ ਬਹੁਤ ਦਿਲਾਸਾ। ਮੈਂ ਬਹੁਤ ਜਿਹੜਾ ਦਿਲਾਸਾ ਹੌਸਲਾ ਹੈ ਉਹ ਕਰਵਾਵਾਂਗੀ। ਤਬ ਤਨੀਆ ਕੋ ਨਾਨਕ ਪਾਸਾ। ਤੁਹਾਡੀ ਸੁਪੁੱਤਰੀ ਸੁਲੱਖਣੀ ਦੇ ਵਾਸਤੇ ਆਪਣੇ ਭਰਾ ਗੁਰੂ ਨਾਨਕ ਜੀ ਪਾਸੋਂ ਇਹ ਬਿਦ ਮధుਰ ਬਚਨ ਕਹਿ ਨਾਨਾ। ਇਸ ਤਰ੍ਹਾਂ ਦੇ ਨਾਨਾ ਤਰ੍ਹਾਂ ਦੇ ਮਿੱਠੇ ਪਿਆਰੇ ਬਚਨ ਕਹਿ ਕੇ ਸੀਤਲ ਕਰੀ ਕ੍ਰੋਧ ਪਾਹਾਨਾ। ਮਾਤਾ ਚੰਦੋ ਰਾਣੀ ਜੀ ਨੂੰ ਠੰਡਿਆਂ ਕਰ ਦਿੱਤਾ ਹੈ, ਸੀਤਲ ਕਰ ਦਿੱਤਾ ਹੈ, ਕ੍ਰੋਧ ਜਿਹੜਾ ਨਾਸ ਹੋ ਗਿਆ ਹੈ। ਬਹੁਤ ਸਨੇਹ ਸੰਗ ਸੁਖ ਸਾਨੀ। ਮੁੜ ਜਿਹੜਾ ਹੈ ਬਹੁਤ ਜਿਹੜੇ ਪ੍ਰੇਮ ਦੇ ਸੁਖ ਨਾਲ ਮਿਲੇ ਹੋਏ ਬਾਣੀ ਹੈ ਬਚਨ। ਯੁਗਮ ਪਰਸਪਰ ਬੋਲਹਿ ਬਾਣੀ। ਦੋਵੇਂ ਫਿਰ ਆਪੋ ਵਿੱਚ ਹੀ ਭਾਵ ਭੈਣ ਨਾਨਕੀ ਜੀ ਅਤੇ ਇੱਧਰੋਂ ਮਾਤਾ ਚੰਦੋ ਰਾਣੀ ਜੀ ਗੁਰੂ ਜੀ ਦੀ ਸੱਸ, ਦੋਵੇਂ ਆਪੋ ਵਿੱਚ ਹੀ ਫਿਰ ਬੜੇ ਮੋਹ ਪ੍ਰੇਮ ਵਾਲੇ ਅਤੇ ਸੁੱਖ ਦੇ ਮਿਲੇ ਹੋਏ ਬਚਨ ਕਹਿੰਦੇ ਹੈ। ਉੱਠ ਕਰ ਆਈ ਤਨੀਆ ਪਾਸਾ। ਮਿਲ ਜੁਲ ਕੇ ਫਿਰ ਸ਼ਾਂਤ ਹੋ ਕੇ ਉੱਠ ਕਰਕੇ ਆਪਣੀ ਜੋ ਸੁਪੁੱਤਰੀ ਹੈ ਉਹਦੇ ਕੋਲ ਆ ਗਈ ਹੈ ਚੰਦੋ ਰਾਣੀ। ਸਮਝਾਈ ਬਹੁ ਦੀਨ ਦਿਲਾਸਾ। ਬਹੁਤ ਦਿਲਾਸੇ ਦਿੱਤੇ ਹੈ ਤੇ ਬਹੁਤ ਸਮਝਾਇਆ ਪੁੱਤਰੀ ਨੂੰ। ਕੰਤ ਤੋਹੇ ਨੀਕੋ ਸ਼ੁਭ ਕਰਮੀ। ਇਹ ਪੁੱਤਰੀ ਸੁਲੱਖਣੀ, ਜਿਹੜੇ ਤੇਰੇ ਪਤੀ ਹੈ ਨਾ ਗੁਰੂ ਨਾਨਕ ਸਾਹਿਬ, ਉਹ ਤੇ ਬੜੇ ਚੰਗੇ ਕਰਮ ਕਰਨ ਵਾਲੇ ਹੈ। ਪੂਰਬ ਕੋ ਉਦਾਰ ਦਿਟ ਧਰਮੀ। ਉਹ ਜਿਸ ਦਿਨ ਦੀ ਉਹਨਾਂ ਨੇ ਆ ਹੋਸ਼ ਸੰਭਾਲੀ ਹੈ, ਪਹਿਲੇ ਦਿਨ ਤੋਂ ਹੀ ਉਹ ਤੇ ਬੜੇ ਸਖੀ ਦਾਤੇ ਹੈ, ਧਰਮ ਵਿੱਚ ਬੜੇ ਪੱਕੇ ਧਰਮੀ ਹਨ। ਤੂੰ ਨਾਹਰ ਘਰ ਹੁਤੀ ਦੁਲਾਰੀ। ਬਾਕੀ ਪੁੱਤਰੀ ਤੂੰ ਆ ਪੇਕੇ ਘਰ ਵਿੱਚ ਸਾਨੂੰ ਬੜੀ ਲਾਡਲੀ ਸੀ, ਪਿਆਰੀ ਸੀ। ਨਹਿ ਜਾਣਹਿ ਕਛ ਸੇਵ ਪ੍ਰਕਾਰੀ। ਇਸੇ ਕਰਕੇ ਤੂੰ ਕਿਸੇ ਤਰ੍ਹਾਂ ਨਾਲ ਵੀ ਪਤੀ ਦੀ ਸੇਵਾ ਕਿਸ ਪ੍ਰਕਾਰ ਕਰਨੀ ਚਾਹੀਦੀ ਉਹ ਤੂੰ ਜਾਣਦੀ ਨਹੀਂ ਹੈ। ਅਬ ਮਨ ਸਮਝ ਸੇਵ ਪਤ ਕੀਜੈ। ਇਸ ਕਰਕੇ ਪੁੱਤਰੀ ਹੁਣ ਤੂੰ ਸਿਆਣੀ ਬਣ, ਮਨ ਵਿੱਚ ਸਮਝ ਆਪਣੇ ਪਤੀ ਗੁਰੂ ਨਾਨਕ ਸਾਹਿਬ ਮਾਲਕ ਦੀ ਸੇਵਾ ਕਰਿਆ ਕਰ। ਭਲੇ ਰਜਾਏ ਸਰਬ ਸੁਖ ਲੀਜੈ। ਆਪਣੇ ਪਤੀ ਗੁਰੂ ਨਾਨਕ ਸਾਹਿਬ ਜੀ ਨੂੰ ਰਜਾ ਕੇ ਖੁਸ਼ ਕਰਕੇ ਚੰਗੀ ਤਰ੍ਹਾਂ ਤੇ ਪੁੱਤਰੀ ਸਾਰੇ ਪ੍ਰਕਾਰ ਦੇ ਸੁਖ ਲੈ। ਪਤ ਕੀ ਸੇਵ ਕਰਤ ਤੀਜ ਜੇਤੀ। ਕਿਉਂਕਿ ਜਿਹੜੀਆਂ ਇਸਤਰੀਆਂ ਆਪਣੇ ਪਤੀ ਦੀਆਂ ਸੇਵਾ ਕਰਦੀਆਂ ਆਗਿਆ ਵਿੱਚ ਰਹਿ ਕੇ ਸੁਖੀ ਰਹਿਤ ਦੁਵੈ ਲੋਕਨ ਤੇਤੀ। ਪੁੱਤਰੀ ਉਹ ਦੋਵੇਂ ਲੋਕਾਂ ਵਿੱਚ, ਇੱਥੇ ਲੋਕ ਵਿੱਚ ਤੇ ਪਰਲੋਕ ਵਿੱਚ ਉਹ ਸੁਖੀ ਰਹਿੰਦੀਆਂ, ਉਹ ਸੁਖ ਮਾਣਦੀਆਂ ਜਿਹੜੀਆਂ ਆਪਣੇ ਪਤੀ ਦੀ ਸੇਵਾ ਕਰਦੀਆਂ ਹਨ।
ਅੱਗੋਂ ਜ਼ਬਾਨ ਨਹੀਂ ਚਲਾਉਂਦੀਆਂ, ਮੰਦਾ ਨਹੀਂ ਬੋਲਦੀਆਂ ਜੋ। ਆਸ ਪ੍ਰਕਾਰ ਕੀ ਸੀਖ ਸਿਖਾਨੀ, ਇਸ ਤਰ੍ਹਾਂ ਦੀ ਚੰਗੀ ਸਿੱਖਿਆ ਸਿਖਾਈ ਹੈ ਧੀ ਨੂੰ। ਕਿਤਕ ਦਿਵਸ ਰਹਿ ਚੰਦੋ ਰਾਨੀ, ਮਾਤਾ ਚੰਦੋ ਰਾਣੀ ਗੁਰੂ ਜੀ ਦੀ ਸੱਸ ਇਸ ਤਰ੍ਹਾਂ ਕੁਝ ਕੁ ਦਿਨ ਸੁਲਤਾਨਪੁਰ ਰਹਿ ਕਰਕੇ ਦੋਹਰਾ ਪੁਨ ਜਨਨੀ ਨਿਜ ਨਗਰ ਕੋ, ਉਹਨਾਂ ਮਾਤਾ ਚੰਦੋ ਰਾਣੀ ਆਪਣੇ ਨਗਰ ਪੱਖੋ ਕੇ ਰੰਧਾਵਾ ਨੂੰ ਪ੍ਰਾਪਤ ਭਈ ਆਵਾਸ, ਚਲੇ ਗਏ ਹੈ ਤੇ ਆਪਣੇ ਘਰ ਨੂੰ ਜਾ ਪ੍ਰਾਪਤ ਹੋਈ ਹੈ, ਭਾਵ ਪਹੁੰਚ ਗਏ ਪੱਖੋ ਕੇ ਰੰਧਾਵਾ ਬਟਾਲਾ ਵਿਖੇ। ਭਜ ਸੰਤੋਖ ਸਿੰਘ ਗੁਰ ਬਚਰਨ, ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਪ੍ਰਸੰਗ ਦਾ ਉਲੱਥਾ ਕੀਤਾ ਹੈ, ਭਾਈ ਬਾਲਾ ਜੀ ਦੀ ਜਨਮ ਸਾਖੀ ਵਿੱਚੋਂ ਛੰਦਾਬੰਦੀ ਕਰਕੇ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੈ, ਸੰਗਤ ਜੀ ਮੈਂ ਗੁਰੂ ਮਹਾਰਾਜ ਦੇ ਚਰਨਾਂ ਨੂੰ ਸਿਮਰਦਾ ਭਜਦਾ ਹਾਂ। ਜਨਮ ਮਰਨ ਕਟ ਫਾਸ, ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨਾਂ ਤੇ ਚਰਨਾਂ ਦੀ ਧੂੜੀ ਬਣਿਆ ਜੰਮਣ ਮਰਨ ਦੀ ਜਿਹੜੀ ਫਾਈ ਉਹ ਕੱਟੀ ਜਾਂਦੀ ਹੈ। ਮੈਂ ਉਹਨਾਂ ਸਤਿਗੁਰਾਂ ਦੇ ਚਰਨਾਂ ਨੂੰ ਨਮਸਕਾਰ ਕਰਦਾ ਹਾਂ, ਮੈਂ ਮੱਥਾ ਟੇਕਦਾ ਹਾਂ। ਮੈਂ ਕਵੀ ਇਵੇਂ ਜਿਹੜਾ ਪ੍ਰਸੰਗ ਪੂਰਾ ਕੀਤਾ ਭਾਈ ਸੰਤੋਖ ਸਿੰਘ ਜੀ ਨੇ, ਤੇ ਮਾਤਾ ਚੰਦੋ ਰਾਣੀ ਜੀ ਨੇ ਵੀ ਬੇਅੰਤ ਸਿੱਖਿਆ ਦੇ ਕੇ ਵਾਪਸ ਆਪਣੇ ਘਰ ਗਏ ਹੈ। ਸਮਝਾਇਆ ਕਿ ਪੁੱਤਰੀ ਆਪਣੇ ਪਤੀ ਦੀ ਸੇਵਾ ਕਰ, ਪਤੀ ਦੀ ਸੇਵਾ ਕੀਤਿਆਂ ਸਾਰੇ ਸੁੱਖ ਹੈ। ਜਹਾਨਾਂ ਜਹਾਨਾਂ ਦੀਆਂ ਕਥਾਵਾਂ ਹੈ ਕਿ ਜਿਹੜੀਆਂ ਮਾਈਆਂ ਬੀਬੀਆਂ ਨੇ ਆਪਣੇ ਪਤੀ ਦੀ ਸੇਵਾ ਕੀਤੀ ਆਗਿਆ ਵਿੱਚ ਰਹਿ ਕੇ, ਉਹ ਪਤੀ ਵਰਤਾ ਧਰਮ ਵਾਲੀਆਂ ਮਾਈਆਂ ਨੇ 12-12 ਸਾਲ ਸੂਰਜ ਨਹੀਂ ਚੜ੍ਹਨ ਦਿੱਤੇ। ਇਹ ਇਤਿਹਾਸ ਵਿੱਚ ਪੁਰਾਣਾ ਵਿੱਚ ਸਾਖੀਆਂ ਹੁੰਦੀਆਂ। ਹਮੇਸ਼ਾ ਹੀ ਪਤਨੀ ਨੇ ਹੀ ਸੇਵਾ ਕੀਤੀ ਹੈ, ਪਤੀ ਜੀ ਦੇ ਕੁਝ ਪਾਇਆ ਹੈ। ਬਾਕੀ ਜਿਹੜਾ ਹੈ ਕੋਈ ਰੂਪ ਰੰਗ, ਕੋਈ ਬਹੁਤਾ ਦਾਜ ਮਾਇਆ ਦੇ ਦੇਣੀ ਤੇ ਸੋਚਣਾ ਵੀ ਮੈਂ ਵੱਡੀ ਹਾਂ, ਉਹਦੇ ਨਾਲ ਕੁਝ ਨਹੀਂ ਹੁੰਦਾ। ਜਿਵੇਂ ਪਤੀ ਦੀ ਸੇਵਾ ਨਾਲ ਹੀ ਪ੍ਰਾਪਤੀ ਹੈ। ਜਿਵੇਂ ਮਾਈਆਂ ਬੈਠੀਆਂ ਸਨ ਸੁਹਾਗਣਾ, ਤੇ ਵਿੱਚ ਇੱਕ ਬੈਠ ਗਈ ਜਿਹਦਾ ਕੋਈ ਜੇ ਪਤੀ ਨਹੀਂ ਹੈ, ਤੇ ਪਤੀ ਦੀ ਆਗਿਆ ਵਿੱਚ ਰਹਿਣ ਵਾਲੀ ਵੀ ਨਹੀਂ ਸੀ, ਉਹ ਬਹੁਤਾ ਬੋਲਦੀ ਚਾਲਦੀ ਸੀ। ਉਹ ਸੁਹਾਗਣਾ ਕਰ ਰਹੀਆਂ ਗੱਲਾਂ ਆਪੋ ਵਿੱਚ ਕਿ ਪਤੀ ਨੂੰ ਕਿਵੇਂ ਖੁਸ਼ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਹੈ, ਕਿਵੇਂ ਰੱਖਣਾ ਚਾਹੀਦਾ ਜਿਹਦੇ ਨਾਲ ਪਤੀ ਸਾਡੇ ਖੁਸ਼ ਰਹਿਣ। ਉਹ ਵਿੱਚ ਚਲੀ ਗਈ ਇੱਕ ਬਾਦਲ, ਕਹਿਣ ਲੱਗ ਪਈ, ਕਹਿੰਦੀ ਇਵੇਂ ਕਰਨਾ ਚਾਹੀਦਾ ਹੈ, ਆਹ ਕੁਝ ਕਰਨਾ ਚਾਹੀਦਾ ਹੈ, ਫਿਰ ਪਤੀ ਖੁਸ਼ ਹੋਏਗਾ। ਉਹ ਸੁਹਾਗਵੰਤੀਆਂ ਸਾਰੀਆਂ ਕਹਿਣ ਲੱਗੀਆਂ ਭੈਣਾ ਤੇਰਾ ਪਤੀ ਕੀ ਕਰਦਾ ਹੈ? ਕਹਿੰਦੀ ਜੀ ਅਜੇ ਤਾਂ ਮੈਂ ਵਿਆਹੀ ਨਹੀਂ ਹਾਂ। ਫਿਰ ਉਹ ਸਾਰੀਆਂ ਹੱਸ ਪਈਆਂ, ਕਹਿੰਦੀਆਂ ਵੀ ਵਿਆਹੀ ਹੈ ਨਹੀਂ ਤੇ ਜੁਗਤੀ ਤੂੰ ਦੱਸ ਰਹੀ ਹੈ। ਭਾਵ ਗੱਲੀ ਹੂੰ ਸੁਹਾਗਣ ਭੈਣੇ ਕੰਤਨਾ ਕਬਹੂ ਮੈਂ ਮਿਲਿਆ। ਗੱਲਾਂ ਨਾਲ ਸੁਹਾਗਣ ਪਰ ਪਤੀ ਅਜੇ ਕੋਈ ਮਿਲਿਆ ਨਹੀਂ ਹੈ, ਜੁਗਤੀਆਂ ਜਾਣਦੀ ਹੈ। ਇਸੇ ਤਰ੍ਹਾਂ ਜਿਹੜੀਆਂ ਮਾਈਆਂ ਇਸਤਰੀਆਂ ਆਪਣੇ ਪਤੀ ਦੀ ਆਗਿਆ ਵਿੱਚ ਰਹਿ ਕੇ ਸੇਵਾ ਕਮਾਉਂਦੀਆਂ, ਉਹ ਪਤੀ ਵਰਤਾ ਧਰਮ ਵਾਲੀਆਂ, ਉਹ ਬਹੁਤ ਜਾ ਕੇ ਉੱਚੀ ਅਵਸਥਾ ਪਾ ਲੈਂਦੀਆਂ। ਉਹਨਾਂ ਅੰਦਰ ਰਿੱਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਹੋ ਜਾਂਦੀਆਂ। ਇਤਿਹਾਸ ਵਿੱਚ ਉਹ ਕਈ ਕਥਾਵਾਂ ਆਉਂਦੀਆਂ, ਅੱਗੇ ਵੀ ਆਉਣਗੀਆਂ ਸਤਿਗੁਰਾਂ ਦੇ ਇਤਿਹਾਸ ਵਿੱਚ। ਅਤੇ ਇਸ ਕਰਕੇ ਉਹ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਿੱਖਿਆ ਲੈ ਕਰਕੇ ਉਸੇ ਆਗਿਆ 'ਚ ਰਹਿਣਾ ਚਾਹੀਦਾ ਹੈ। ਆਪਣਾ ਜਿਹੜਾ ਕੋਈ ਬੋਲ ਚਾਲ ਦਾ ਸੁਭਾਅ ਹੈ, ਜਿਹੜਾ ਕੋਈ ਪਿਛਲੇ ਘਰ ਵਿੱਚ ਬਿਤਾਇਆ ਲੰਘਾਇਆ ਹੁੰਦਾ, ਉਹਨੂੰ ਛੱਡ ਦੇਣਾ ਚਾਹੀਦਾ। ਅਗਲੇ ਪਾਸੇ ਆ ਕੇ ਹੁਣ ਅਗਲੇ ਵਾਂਗ ਹੀ ਰਹਿਣਾ ਚਾਹੀਦਾ ਹੈ। ਜਿਨ੍ਹਾਂ ਪਤੀ ਦੀ ਸੇਵਾ ਕੀਤੀ ਉਹਨਾਂ ਸਭ ਪ੍ਰਾਪਤੀ ਕੀਤੀ ਹੈ। ਇੱਧਰ ਮਹਾਰਾਜ ਜੀ ਦੇ ਮੈਲ ਮਾਤਾ ਸੁਲੱਖਣੀ ਜੀ ਜੋ ਬਹੁਤ ਹੀ ਭਾਗਾਂ ਵਾਲੇ ਹੈ, ਉਹ ਸਤਿਗੁਰ ਜੀ ਦੀ ਮਾਇਆ ਕਰਕੇ ਅਗਿਆਨ ਹੈ, ਜਿਹਦੇ ਕਰਕੇ ਅਜੇ ਬੇਸਮਝੀ ਜੀ ਵਰਤੀ ਜਾਂਦੇ ਹਨ। ਸਮਾਪਤੀ ਵੇਲੇ ਉਹ ਸਮਝ ਸਾਰੀ ਆ ਜਾਵੇਗੀ। ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਇਤਿਹਾਸ ਲਿਖਿਆ, ਇੱਥੇ ਉਹ ਪ੍ਰਸੰਗ ਦੀ ਸਮਾਪਤੀ ਕਰਦੇ ਹਨ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲੱਖਣੀ ਪ੍ਰਸੰਗ
ਵਰਣਨ ਨਾਮ 25ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਪਹਿਲੇ ਭਾਗ ਦੇ ਪਹਿਲੇ ਦਾ ਹਿੱਸਾ, ਜਿਹਦੇ ਵਿੱਚ ਮਾਤਾ ਸੁਲੱਖਣੀ ਜੀ ਦਾ ਪ੍ਰਸੰਗ ਵਰਣਨ ਕੀਤਾ ਹੈ। ਮਾਤਾ ਪਿਤਾ ਜੀ ਆ ਕੇ ਮਿਲਦੇ, ਕਿਵੇਂ ਆਪਣਾ ਦੁੱਖ ਸੁਣਾਉਂਦੇ ਹੈ, ਉਹ ਸਾਰਾ ਪ੍ਰਸੰਗ ਆਪ ਜੀ ਨੇ ਸਰਵਣ ਕੀਤਾ ਹੈ। ਇੱਥੇ 5ਵੀਂ ਅਧਿਆਏ ਦੀ ਜਿਹੜੀ ਸਮਾਪਤੀ ਹੈ ਜੀ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਦੀ ਸੰਗਤ ਬਖਸ਼ਣਾ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਪੁਨ ਜਨਨੀ ਨਿਜ ਨਗਰ ਕੋ ਪ੍ਰਾਪਤ ਪਈ ਆਵਾਸ। ਭਜ ਸੰਤੋਖ ਸਿੰਘ ਗੁਰ ਚਰਨਾ। ਜਨਮ ਮਰਨ ਕਟ ਫਾਸ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰ ਦੇ ਸੁਲੱਖਣੀ ਪ੍ਰਸੰਗ ਵਰਣਨ ਨਾਮ 25ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੈ ਪੂਰਨ